ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 148 ਤੇ ਪੌੜੀ ਅੱਧ ਟੱਪ ਕੇ ਹੈ ਜੀ। 2 ਨੰਬਰ ਤੋਂ ਬਾਅਦ ਹੈ ਪੌੜੀ। ਨਾਰੀ ਰਾਰਣ ਬਿਹਾਰੀ ਬਿੰਦੀ। ਨਾਰੀ ਪੁਰਖ ਪਿਆਰ ਪ੍ਰੇਮ ਸ਼ਿੰਗਾਰੀਆਂ, ਕਰਨ ਭਗਤ ਦਿਨ ਰਾਤ ਨਾ ਰਹਿਣੀ ਵਾਰੀਆਂ। ਮਹਿਲਾਂ ਲੱਲੇ ਨੂੰ ਕੰਨਾ ਬਿੰਦੇ, ਮਹਿਲਾਂ ਮੰਝ ਨਿਵਾਸ ਸ਼ਬਦ ਸਵਾਰੀਆਂ। ਸੱਚ ਕਹਿਣ ਅਰਦਾਸ ਸੇ ਵਿਚਾਰੀਆਂ, ਸੋਹਣ ਖਸਮੈ ਪਾਸ ਹੁਕਮ ਸਿਧਾਰੀਆਂ। ਸਖੀ ਖੱਖਣ ਬਿਆਰੀ ਬਿੰਦੇ, ਜਦੋਂ ਬਿੰਦੀ ਲੱਗਦੀ ਹੈ ਫਿਰ ਬਹੁਵਚਨ ਹੋ ਜਾਂਦਾ। ਸਖੀ ਕਹਿਣ ਅਰਦਾਸ ਮਨੋ ਪਿਆਰੀਆਂ, ਬਿਨ ਨਾਮੈ ਤ੍ਰਿਗਵਾਸ ਫਿਟ ਸੋ ਜੀਵਿਆ। ਸ਼ਬਦ ਸਵਾਰੀ ਆਸ ਅੰਮ੍ਰਿਤ ਪੀਵਿਆ। ਪੌੜੀ। ਨਾਰੀ ਪੁਰਖ ਪਿਆਰ ਪ੍ਰੇਮ ਸ਼ਿੰਗਾਰੀਆਂ। ਇਹ ਜੀਵ ਇਸਤਰੀਆਂ ਪ੍ਰਭੂ ਪਤੀ ਨੂੰ ਪਿਆਰ ਕਰਦੀਆਂ ਹਨ। ਪ੍ਰੇਮ ਸ਼ਿੰਗਾਰੀ ਔਰ ਰੱਬੀ ਪਿਆਰ ਦੇ ਨਾਲ ਉਹਨਾਂ ਨੇ ਆਪਣੇ ਆਪ ਨੂੰ ਸ਼ਿੰਗਾਰ ਰੱਖਿਆ ਹੈ। ਜਿਹੜੇ ਪਰਮਾਤਮਾ ਦੀ ਭਗਤੀ ਕਰਨ ਵਾਲੇ ਲੋਕ ਹਨ ਉਹ ਸੰਸਾਰੀ ਹਾਰ ਸ਼ਿੰਗਾਰ ਨਹੀਂ ਕਰਦੇ। ਸੰਤ ਮਹਾਤਮਾ ਸਾਧੂ ਨੇ ਇਹਨਾਂ ਕਿਸੇ ਨੇ ਵੀ ਸ਼ਿੰਗਾਰ ਨਹੀਂ ਕੋਈ ਕੀਤਾ ਹੁੰਦਾ। ਆਪਾਂ ਤਾਂ ਸੰਸਾਰੀ ਬੰਦਿਆਂ ਛਾਪਾਂ ਵੀ ਪਾਈਆਂ ਹੁੰਦੇ ਨੇ, ਕੜੇ ਵੀ ਪਾਏ ਹੁੰਦੇ ਨੇ ਸੋਨੇ ਦੇ, ਪਰ ਉਹ ਜਿਹੜੇ ਨੇ ਉਹ ਇਸ ਤਰ੍ਹਾਂ ਦੇ ਕੋਈ ਗਹਿਣੇ ਨਹੀਂ ਪਾਉਂਦੇ, ਕੋਈ ਹਾਰ ਸ਼ਿੰਗਾਰ ਨਹੀਂ ਕਰਦੇ, ਕਿਉਂਕਿ ਰੱਬ ਦਾ ਪਿਆਰ ਹੀ ਅਸਲ ਵਿੱਚ ਉਹਨਾਂ ਦਾ ਸ਼ਿੰਗਾਰ ਹੈ। ਕਿਉਂਕਿ ਜਿਹੜੀ ਔਰਤਾਂ ਨੇ ਇਹ ਸ਼ਿੰਗਾਰ ਪਤੀ ਲਈ ਕਰਦੀਆਂ ਨੇ। ਜਿਹੜੀ ਕਿਸੇ ਹੋਰ ਲਈ ਕਰਦੀ ਹੈ ਤਾਂ ਉਸ ਨੂੰ ਫਿਰ ਪਤੀ ਵਰਤਾ ਔਰਤ ਨਹੀਂ ਗਿਣਿਆ ਜਾਂਦਾ। ਵੀ ਤਾਂ ਹੋਰ ਲੋਕਾਂ ਲਈ ਸ਼ਿੰਗਾਰ ਕਰਦੀ ਹੈ। ਜਿਵੇਂ ਕੁਆਰੀ ਲੜਕੀ ਹਾਰ ਸ਼ਿੰਗਾਰ ਨਹੀਂ ਕਰਦੀ, ਵਿਆਹੀ ਕਰਦੀ ਹੈ। ਕਿਉਂ? ਉਹ ਪਤੀ ਲਈ ਸ਼ਿੰਗਾਰ ਕਰਦੀ ਹੈ। ਪਤੀ ਨੂੰ ਖੁਸ਼ ਕਰਨ ਲਈ ਹਾਰ ਸ਼ਿੰਗਾਰ ਕੀਤਾ ਜਾਂਦਾ ਹੈ ਅਤੇ ਪਰਮਾਤਮਾ ਖੁਸ਼ ਹੁੰਦਾ ਹੈ ਪਿਆਰ ਨਾਲ। ਇਸ ਲਈ ਜਿਹੜੇ ਭਗਤ ਹਨ ਉਹ ਪਰਮਾਤਮਾ ਨੂੰ ਪਿਆਰ ਕਰਦੇ ਨੇ ਅਤੇ ਇਹੀ ਉਹਨਾਂ ਦਾ ਸ਼ਿੰਗਾਰ ਹੁੰਦਾ ਹੈ। ਕਰਨ ਭਗਤ ਦਿਨ ਰਾਤ ਨਾ ਰਹਿਣੀ ਵਾਰੀਆਂ। ਉਹ ਦਿਨ ਰਾਤ ਭਗਤੀ ਕਰਦੀਆਂ ਹਨ, ਨਾ ਰਹਿਣੀ ਵਾਰੀਆਂ। ਵਾਰੀਆਂ ਦੇ ਰੋਕਣਾ ਅਤੇ ਰੋਕਣ ਨਾਲ ਉਹ ਭਗਤੀ ਕਰਨ ਤੋਂ ਰੁਕਦੀਆਂ ਨਹੀਂ। ਜਿਨ੍ਹਾਂ ਨੇ ਭਗਤੀ ਕਰਨੀ ਦੀ ਹੈ, ਹਰਨਾਕਸ਼ ਵਰਗਿਆਂ ਨੇ ਜ਼ੋਰ ਲਾ ਲਿਆ ਵੀ ਉਹਦਾ ਲੜਕਾ ਜਿਹੜਾ ਹੈ ਪ੍ਰਹਿਲਾਦ ਵੀ ਭਗਤੀ ਨਾ ਕਰੇ। ਉਹ ਕਹਿੰਦਾ ਸੀ ਮੇਰੀ ਭਗਤੀ ਕਰ। ਹਰਨਾਕਸ਼ ਕਹਿ। ਉਹ ਕਹਿੰਦਾ ਮੈਂ ਨਹੀਂ ਕਹਿੰਦਾ, ਜਿਹਨੇ ਤੈਨੂੰ ਪੈਦਾ ਕੀਤਾ ਮੈਂ ਤਾਂ ਉਹਦਾ ਨਾਮ ਜਪਾਂਗਾ। ਜ਼ੋਰ ਲਾ ਲਿਆ, ਕਦੇ ਕਿਤੇ ਸੁੱਟਦਾ, ਕਦੇ ਕੋਈ ਸਜ਼ਾ ਦਿੰਦਾ, ਕਦੇ ਕੋਈ ਦਿੰਦਾ, ਮਾਰਨ ਤੱਕ ਵੀ ਆ ਗਿਆ ਹੈ, ਪਰ ਉਹ ਭਗਤੀ ਕਰਨੋਂ ਨਹੀਂ ਹਟਿਆ। ਇਸ ਲਈ ਉਹ ਰੁਕਦੀਆਂ ਨਹੀਂ ਹਨ। ਨਾ ਰਹਿਣ ਵਾਰੀਆਂ ਰੁਕਿਆ ਰੁਕਦੀਆਂ ਨਹੀਂ ਹਨ। ਮਹਿਲਾਂ ਮੰਝ ਨਿਵਾਸ ਸ਼ਬਦ ਸਵਾਰੀਆਂ। ਪਰਮਾਤਮਾ ਨੇ ਉਹਨਾਂ ਨੂੰ ਨਾਮ ਦੇ ਨਾਲ, ਸ਼ਬਦ ਨਾਮ ਦੇ ਨਾਲ ਉਹਨਾਂ ਸਵਾਰ ਦਿੱਤਾ ਹੁੰਦਾ ਹੈ। ਇਸ ਲਈ ਮਹਿਲਾਂ ਮੰਝ ਨਿਵਾਸ। ਉਹ ਜਿਵੇਂ ਰਾਜੇ ਮਹਾਰਾਜੇ ਮਹਿਲਾਂ 'ਚ ਰਹਿੰਦੇ ਨਾ, ਐਂ ਮਹਿਲਾਂ 'ਚ ਰਹਿੰਦੀਆਂ ਹਨ। ਭਾਵ ਪਰਮਾਤਮਾ ਮਹਿਲਾਂ 'ਚ ਰਹਿੰਦਾ ਹੈ, ਪਰਮਾਤਮਾ ਦੇ ਮਹਿਲ 'ਚ ਰਹਿੰਦੀਆਂ ਹਨ। ਸੱਚ ਕਹਿਣ ਅਰਦਾਸ ਸੇ ਵਿਚਾਰੀਆਂ। ਵਿਚਾਰੀਆਂ ਹੁੰਦੇ ਵਿਚਾਰਵਾਨ। ਉਹ ਵਿਚਾਰਵਾਨ ਹਨ ਅਤੇ ਕਾਹਦੀ ਅਰਦਾਸ ਕਰਦੀਆਂ? ਸੱਚ ਵੀ ਇਹ ਸਾਨੂੰ ਹੋਰ ਨਾਮ ਚਾਹੀਦਾ। ਉਹ ਨਾਮ ਲਈ ਪਰਮਾਤਮਾ ਅੱਗੇ ਅਰਦਾਸ ਕਰਦੀਆਂ ਨੇ ਵੀ ਸਾਨੂੰ ਹੋਰ ਨਾਮ ਦੀ ਬਖਸ਼ਿਸ਼ ਕਰੋ, ਅਸੀਂ ਹੋਰ ਨਾਮ ਜਪੀਏ, ਹੋਰ ਨਾਮ ਜਪੀਏ। ਭਗਤ ਦੀ ਕੋਈ ਇੱਛਾ ਹੁੰਦੀ ਹੈ
ਕਿ ਮੈਂ ਵੱਧ ਤੋਂ ਵੱਧ ਨਾਮ ਜਪਾਂ। ਕਿ ਉਹਨੂੰ ਪਤਾ ਮੈਂ ਨਾਮ ਜਪਾਂਗਾ, ਨਾਮ ਦੇ ਵਿੱਚ ਹੀ ਸਾਰੀਆਂ ਰਿੱਧੀਆਂ ਸਿੱਧੀਆਂ ਨੇ, ਨਾਮ ਦੇ ਵਿੱਚ ਹੀ ਸਾਰੀਆਂ ਸਭ ਕੁਛ, ਇਸ ਲਈ ਮੰਗਦੇ ਹੀ ਨਹੀਂ। ਉਹਨੂੰ ਪਤਾ ਹੈ ਵੀ ਨਾਮ ਦੇ ਵਿੱਚ ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ, ਜੋ ਹਰ ਹਿਰਦੇ ਸਦਾ ਵਸਾਏ। ਜਿਹੜਾ ਸਦਾ ਹੀ ਪਰਮਾਤਮਾ ਨੂੰ ਹਿਰਦੇ 'ਚ ਵਸਾ ਕੇ ਰੱਖਦਾ ਹੈ, ਇਹ 9 ਨਿਧੀਆਂ ਅਤੇ 18 ਸਿੱਧੀਆਂ, ਭਾਵ ਸੰਸਾਰ ਦਾ ਧਨ ਦੌਲਤ ਅਤੇ ਆਤਮਿਕ ਸ਼ਕਤੀਆਂ ਉਹਦੇ ਮਗਰ ਫਿਰਦੀਆਂ। ਇਸ ਲਈ ਉਹਨੂੰ ਲੋੜ ਹੀ ਨਹੀਂ ਕੁਝ ਸੰਸਾਰਿਕ ਚੀਜ਼ ਮੰਗਣ ਦੀ, ਕਿਉਂਕਿ ਉਹ ਸਾਡੇ ਤੋਂ ਵੱਧ ਸਿਆਣੇ ਹੁੰਦੇ ਨੇ। ਜਿਵੇਂ ਬੱਚੇ ਨਾਲੋਂ ਵੱਡੀ ਉਮਰ ਵਾਲਾ ਬੰਦਾ ਸਿਆਣਾ ਹੁੰਦਾ ਅਤੇ ਜਵਾਨ ਨਾਲੋਂ ਬਜ਼ੁਰਗ ਸਿਆਣਾ ਹੁੰਦਾ, ਤਾਂ ਹੀ ਆਪਾਂ ਸਿੱਖਿਆ ਦੇਣੀ। ਜੋ ਬੱਚੇ ਨੂੰ ਪਸੰਦ ਹੈ ਉਹ ਸਾਨੂੰ ਪਸੰਦ ਨਹੀਂ ਹੁੰਦਾ। ਅਸੀਂ ਕਈ ਵਾਰ ਉਹਦੇ ਹੱਥੋਂ ਖੋਹ ਕੇ ਬਾਹਰ ਸੁੱਟਦੇ ਹਾਂ, ਕੀ ਤੂੰ ਆ ਟੁੱਟੀਆਂ ਫੁੱਟੀਆਂ ਚੀਜ਼ਾਂ ਲੈ ਆਏ ਹੋਏ, ਸੁੱਟਦੇ ਨੇ ਬਾਹਰ। ਪਰਮਾਤਮਾ ਐਂ ਹੀ ਸਾਨੂੰ ਕਹਿੰਦਾ, ਉਹ ਭਲਿਆ ਮੈਂ ਕਿਆ ਕੂੜ ਕਬਾੜ ਜਿਹਾ ਇਕੱਠਾ ਕੀਤਾ ਸੁੱਟੇ ਨੂੰ, ਸਾਨੂੰ ਉਹੀ ਚੰਗਾ ਲੱਗਦਾ ਸੀ, ਨਹੀਂ ਸੁੱਟਦੇ। ਬੱਚਾ ਕੋਈ ਬਾਹਰੋਂ ਚੀਜ਼ ਚੱਕ ਲਿਆ ਹੈਗੀ ਟੁੱਟੀ ਫੁੱਟੀ, ਤੁਸੀਂ ਖੋਹ ਕੇ ਉਹਦੇ ਕੋਲ ਬਾਹਰ ਸੁੱਟੋ, ਉਹ ਧਰਤੀ 'ਤੇ ਲੇਟੂਗਾ, ਬੁਰਾ ਹਾਲ ਕਰੇਗਾ ਵੀ ਹਾਂ ਤੁਸੀਂ ਕਿਉਂ ਖੋਹ ਲਿਆ। ਅਸੀਂ ਇਸ ਲਈ ਖੋਹ ਲੈਂਦੇ ਕਿ ਕਿਆ ਟੁੱਟੀਆਂ ਫੁੱਟੀਆਂ ਚੀਜ਼ਾਂ ਘਰ 'ਚ ਲੈ। ਜਦੋਂ ਪਰਮਾਤਮਾ ਸਾਡੇ ਤੋਂ ਖੋਹ ਕੇ ਸੁੱਟਦਾ ਹੈ ਤਾਂ ਅਸੀਂ ਵੀ ਜਵਾਕਾਂ ਵਾਂਗ ਫਿਰ ਹੁੰਦੇ ਹਾਂ। ਉਹ ਕਹਿੰਦੇ ਕਿਆ ਕੂੜ ਕਬਾੜ ਤੁਸੀਂ ਇਕੱਠਾ ਕੀਤਾ, ਛੱਡੋ ਪ੍ਰਾਣੀ ਕੂੜ ਕਬਾੜਾ, ਕੂੜ ਕਬਾੜ ਛੱਡੋ, ਕਿ ਉਹ ਸਾਡੇ ਤੋਂ ਵੱਧ ਸਿਆਣਾ। ਭਗਤ ਸਾਡੇ ਤੋਂ ਵੱਧ ਸਿਆਣੇ ਨੇ, ਉਹਨਾਂ ਨੂੰ ਪਤਾ ਨਾਮ ਦੇ ਵਿੱਚ ਹੀ ਸਭ ਕੁਛ ਹੈ। ਜੇ ਨਾਮ ਜਪ ਜਪ ਕੇ ਰੱਬ ਪ੍ਰਾਪਤ ਕੀਤਾ ਜਾ ਸਕਦਾ ਤਾਂ ਬਾਕੀ ਕੀ ਰਹਿ ਗਿਆ, ਤੁਸੀਂ ਆਪ ਹੀ ਸੋਚੋ। ਸੰਸਾਰ ਦੀ ਸਭ ਤੋਂ ਵੱਡੀ ਸ਼ਕਤੀ, ਜਿਹਨੇ ਸਾਰਾ ਕੁਛ ਬਣਾਇਆ, ਸਾਰਾ ਕੁਛ ਜਿਹਦੇ ਹੁਕਮ 'ਚ ਵਿੱਚ ਹੈ, ਤੁਸੀਂ ਨਾਮ ਜਪ ਜਪ ਕੇ ਉਸ ਨੂੰ ਹੀ ਪ੍ਰਾਪਤ ਕਰ ਸਕਦੇ ਹੋ, ਅਤੇ ਚੀਜ਼ਾਂ ਤਾਂ ਮਾਮੂਲੀ ਗੱਲ ਨਹੀਂ। ਹਾਲਾਂਕਿ ਜਦੋਂ ਰੱਬ ਹੀ ਮੈਨੂੰ ਪ੍ਰਾਪਤ ਹੋ ਜਾਏਗਾ ਅਤੇ ਦਾਤਾ ਤਾਂ ਆਪੇ ਪ੍ਰਾਪਤ ਹੋ ਗਿਆ, ਕਿਉਂਕਿ ਉਹ ਤਾਂ ਦਾਤਾ ਹੈ। ਜਦੋਂ ਦਾਤਾ ਹੀ ਤੁਹਾਡੇ ਵੱਸ 'ਚ ਹੋ ਗਏ, ਦਾਤਾ ਤਾਂ ਆਪਣੇ ਆਪ ਹੀ ਹੋ ਜਾਣੇ। ਉਹ ਸਾਡੇ ਤੋਂ ਸਿਆਣੇ ਹੋਣ ਕਰਕੇ ਉਹ ਸੰਸਾਰ ਦੀ ਕੋਈ ਚੀਜ਼ ਨਹੀਂ ਮੰਗਦੇ। ਉਹਨਾਂ ਨੂੰ ਪਤਾ ਵੀ ਨਾਮ ਦੇ ਵਿੱਚ ਹੀ ਸਭ ਕੁਛ ਹੈਗਾ, ਨਾਮ ਜਪੀ ਜੋ ਆਪੇ ਸਭ ਕੁਛ ਮਿਲੀ ਜਾਵੇਗਾ। ਅਜੇ ਸਾਡੀ ਕਿਉਂਕਿ ਉਹਨਾਂ ਨਾਲ ਸੋਚ ਨੀਵੀਂ ਹੈ, ਉਹਨਾਂ ਦੀ ਨਜ਼ਰਾਂ 'ਚ ਅਸੀਂ ਅਜੇ ਜਵਾਕ ਹਾਂ, ਇਸ ਲਈ ਅਸੀਂ ਸੰਸਾਰਿਕ ਚੀਜ਼ਾਂ ਮੰਗਦੇ ਰਹਿੰਦੇ ਹਾਂ। ਜਿਵੇਂ ਬੱਚਾ ਗੁੱਡੀਆਂ ਪਟੋਲੇ ਮੰਗਦਾ ਹੈ, ਖਿਡੌਣੇ ਵਾਲੀ ਕਾਰ ਮੰਗਦਾ ਹੈ। ਆਪਾਂ ਨਹੀਂ ਮੰਗਦੇ ਖਿਡੌਣੇ ਵਾਲੀ ਕਾਰ, ਆਪਾਂ ਕਿਹੜੇ ਮੰਗਦੇ, ਆਪਾਂ ਉਹਨਾਂ ਤੋਂ ਸਿਆਣੇ ਹੋ ਗਏ ਵੀ ਸਾਨੂੰ ਤਾਂ ਅਸਲੀ ਕਾਰ ਚਾਹੀਦੀ। ਉਹਨਾਂ ਨੂੰ ਗੁੱਡੇ ਗੁੱਡੀਆਂ ਚਾਹੀਦੇ, ਸਾਨੂੰ ਅਸਲੀ ਬੰਦੇ ਜਨਾਨੀਆਂ ਚਾਹੀਦੇ। ਅਸੀਂ ਗੁੱਡੀਆਂ ਤੋਂ ਕਿਲੇ, ਕਿ ਅਸੀਂ ਉਹਨਾਂ ਤੋਂ ਸਿਆਣੇ ਹੋ ਗਏ ਹਾਂ, ਅਸੀਂ ਸਿਆਣੇ ਹੋ ਗਏ। ਉਹ ਗੁੱਡੀਆਂ ਲਈ ਖੁਸ਼ ਨਹੀਂ, ਕਿਉਂਕਿ ਉਹਨਾਂ ਦੀ ਸੋਚ ਇੱਥੇ ਹੀ ਹੈ। ਜੇ ਅਸੀਂ ਉਹਨਾਂ ਤੋਂ ਸਿਆਣੇ ਹੋ ਗਏ ਵੀ ਅਸੀਂ ਇਹਨਾਂ ਲੀਰਾਂ ਦੇ ਗੁੱਡੀ ਨੇ ਕਹਿਣਾ, ਸਾਨੂੰ ਤਾਂ ਮਾਸ ਦੇ ਗੁੱਡੀ ਚਾਹੀਦੇ ਨੇ, ਸਿਆਣੇ ਹੋ ਗਏ। ਇਸੇ ਤਰ੍ਹਾਂ ਭਗਤ ਸਾਡੇ ਤੋਂ ਵੱਧ ਸਿਆਣੇ ਨੇ, ਹੋਰ ਕੋਈ ਗੱਲ ਨਹੀਂ ਹੈ। ਇਸ ਲਈ ਜੋ ਛੋਟਾ ਬੱਚਾ ਮੰਗ ਰਿਹਾ ਉਹ ਆਪਾਂ ਨਹੀਂ ਮੰਗਦੇ, ਅਤੇ ਜੋ ਆਪਾਂ ਮੰਗਦੇ ਹਾਂ ਉਹ ਭਗਤ ਨਹੀਂ ਮੰਗਦੇ। ਆਹੀ ਫਰਕ ਹੁੰਦਾ ਬਸ। ਉਹਨਾਂ ਨੂੰ ਪਤਾ ਹੁੰਦਾ ਕਿ ਪਰਮਾਤਮਾ ਦਾਤਾ ਹੈ, ਪਰਮਾਤਮਾ ਨੂੰ ਪ੍ਰਾਪਤ ਕਰ ਲਓ, ਦਾਤਾਂ ਤਾਂ ਆਪਣੇ ਆਪ ਹੀ ਆ ਜਾਣੀਆਂ। ਸੋ ਇਸ ਲਈ ਸੱਚ ਕਹਿਣ ਅਰਦਾਸ ਸੇ ਵਿਚਾਰੀਆਂ, ਉਹ ਵਿਚਾਰਵਾਨ ਹੁੰਦੀਆਂ ਜੋ ਪਰਮਾਤਮਾ ਅੱਗੇ ਨਾਮ ਦੀ ਅਰਦਾਸ ਕਰਦੀਆਂ ਵੀ ਸਾਨੂੰ ਨਾਮ ਚਾਹੀਦਾ। ਸੋਹਣ ਖਸਮੈ ਪਾਸ ਹੁਕਮ ਸੁਧਾਰੀਆਂ, ਪਰਮਾਤਮਾ ਦੇ ਹੁਕਮ ਅਨੁਸਾਰ ਉਹ ਸੁਧਾਰੀਆਂ ਦਾ ਜਾਣਾ। ਪਰਮਾਤਮਾ ਦੇ ਹੁਕਮ ਅਗਲਾ ਜੇ ਸਵਰਗ ਸੁਧਾਰ ਗਿਆ, ਸਵਰਗ ਨੂੰ ਚਲਿਆ ਗਿਆ, ਫਲਾਣਾ ਬੰਦਾ ਜੀ, ਸਾਡਾ ਸਤਿਕਾਰਯੋਗ ਬਾਪੂ ਜੀ, ਫਲਾਣਾ ਸਿੰਘ ਜੀ,
ਫਲਾਣੀ ਤਰੀਕ ਨੂੰ ਸਵਰਗ ਸੁਧਾਰ ਗਿਆ। ਮੈਂ ਦੱਸ, ਇਹ ਤਾਂ ਦਿਵਦ੍ਰਿਸ਼ਟੀ ਖੁੱਲ੍ਹੀ ਹੈ। ਇਹਦਾ ਬਾਪ ਸਵਰਗ ਨੂੰ ਚਲਿਆ ਗਿਆ, ਮਗਰੋਂ ਕਹਿੰਦਾ ਉਹਦੀ ਆਤਮਿਕ ਸ਼ਾਂਤੀ ਲਈ ਅਰਦਾਸ ਹੋਈ। ਦੱਸ ਭਲਿਆ ਮਾਨਸ, ਵੀ ਜਦੋਂ ਇੱਕ ਪਾਸੋਂ ਲਿਖਦਾ ਬਾਪ ਸਵਰਗ ਸੁਧਾਰ ਗਿਆ, ਫਿਰ ਡਾਂਸ ਕਰੋ, ਮਗਰੋਂ ਖਾਓ ਪੀਓ ਨੱਚੋ ਟੱਪੋ, ਬਾਪੂ ਸਵਰਗਾਂ ਨੂੰ ਚਲੇ, ਹੋਰ ਕੀ ਚਾਹੀਦਾ। ਹੇਠਾਂ ਲਿਖਿਆ ਉਹਦੀ ਆਤਮਿਕ ਸ਼ਾਂਤੀ ਲਈ 12 ਤੋਂ 1 ਵਜੇ ਕਦੇ ਪਹੁੰਚੇ ਉਹਦੀ। ਉੱਤੇ ਇਹਦੇ ਮਤਲਬ ਉੱਪਰ ਝੂਠ ਸੀ। ਉਂਝ ਹੀ ਸਵਰਗ ਸੁਧਾਰ ਗਿਆ। ਕੋਈ ਕਹੂਗਾ ਸਾਡੇ ਸਤਿਕਾਰਯੋਗ ਪਿਤਾ ਜੀ ਗੁਰੂ ਚਰਨਾਂ 'ਚ ਜਾ ਬਰਾਜੇ ਨੇ, ਵੀ ਭਲਿਆ ਮਾਨਸਾ ਜਿਹੜਾ ਗੁਰੂ ਦੇ ਚਰਨ 'ਚ ਚਲਿਆ, ਬਾਕੀ ਕਿਹੜੀ ਕਸਰ ਹੈਗੀ ਉਹਦੀ। ਹੇਠਾਂ ਲਿਖਿਆ ਉਹਨਾਂ ਦੀ ਆਤਮਿਕ ਸ਼ਾਂਤੀ ਲਈ 12 ਤੋਂ 1 ਪਹੁੰਚੇ ਜੀ। ਉਂਝ ਹੀ ਅਸੀਂ ਲਿਖੀ ਜਾਨੇ ਕਾਰਡਾਂ ਦੇ ਫਜ਼ੂਲ ਦਾ ਲਿਖੇ ਵੀ ਸਵਰਗਵਾਸ ਹੋ ਗਏ ਜੀ, ਅਕਾਲ ਚਲਾਣਾ ਕਰ ਗਏ। ਸਾਡਾ ਪਿਤਾ ਫਲਾਣੇ ਦੇ ਅਕਾਲ ਚਲਾਣਾ ਕਰ ਗਿਆ ਸੀ, ਬਸ ਹੋਰ ਕੀ। ਆਪ ਹੀ ਲਿਖੀ ਜਾਣੇ ਗੁਰੂ ਚਰਨਾਂ ਜਾ ਬਰਾਜੇ ਹਨ, ਸਵਰਗ ਸੁਧਾਰ ਗਏ ਨੇ। ਵੀ ਦੱਸ ਤੇ ਪਹਿਲੇ ਹੀ ਪਹੁੰਚਾਤੇ। ਚਾਹੇ ਸ਼ਰਾਬੀ ਕਬਾਬੀ ਹੋਵੇ, ਉੱਥੇ ਕੁੱਟ ਖਾ ਰਿਹਾ ਹੋਵੇ ਜਮਦੂਤਾਂ ਤੋਂ, ਕਹਿੰਦੇ ਉੱਥੇ ਸਵਰਗਾਂ ਨੂੰ ਗਿਆ ਜੀ। ਲੋਕ ਕੀ ਕਰਨ, ਉਹਨੇ ਪਹਿਲੇ ਕਾਰਡ ਛਾਪੇ ਹੁੰਦੇ ਨੇ, ਬਸ ਉਹਦੇ ਨਾਮ ਹੀ ਭਰਨੇ ਹੁੰਦੇ ਨੇ। ਕੁਛ ਜਿਵੇਂ ਵਿਆਹਾਂ ਦੇ ਕਾਰਡ ਪਹਿਲੇ ਛਪੇ ਹੁੰਦੇ ਨੇ, ਉਹ ਬਸ ਨਾਮ ਹੀ ਭਰਦੇ ਨੇ ਮੁੰਡੇ ਕੁੜੀ ਦੇ ਜੋ ਭਰਨਾ। ਚਲੋ ਖੈਰ, ਸੋਹਣ ਖਸਮੇ ਪਾਸ ਹੁਕਮ ਸੁਧਾਰੀਆਂ। ਪਰਮਾਤਮਾ ਦੇ ਹੁਕਮ ਦੇ ਨਾਲ ਉਹ ਪਰਮਾਤਮਾ ਕੋਲੇ ਗਈਆਂ ਨੇ, ਇਸ ਕਰਕੇ ਉਹਦੇ ਕੋਲ ਸੋਹਣੀਆਂ ਲੱਗਦੀਆਂ ਨੇ। ਸਖੀ ਕਹਿਣ ਅਰਦਾਸ ਮਨੋ ਪਿਆਰੀਆਂ। ਜਿਹੜੇ ਮਨੋਂ ਰੱਬ ਨੂੰ ਪਿਆਰ ਕਰਦੀਆਂ ਹਨ, ਉਹ ਰੱਬ ਦੇ ਅੱਗੇ ਅਰਦਾਸ ਕਰਦੀਆਂ ਨੇ। ਉਹ ਨਾਮ ਦੀ ਹੀ ਅਰਦਾਸ ਕਰਦੇ ਨੇ। ਕਿਉਂ? ਬਿਨ ਨਾਮੈ ਤ੍ਰਿਗ ਵਾਸ ਫਿਟ ਸੋ ਜੀਵਿਆ। ਨਾਮ ਤੋਂ ਬਿਨਾਂ ਜਿਹੜਾ ਜਿਉਣਾ ਨਾ ਵਸਣਾ, ਤ੍ਰਿਕਾਰ ਹੀ ਹੋ ਗਿਆ। ਤ੍ਰਿਗ ਤ੍ਰਿਕਾਰ ਹੀ ਹੋ ਗਿਆ। ਫਿਟ ਸੋ ਜੀਵਿਆ, ਜਿਹੜਾ ਉਹਨਾਂ ਜਿਉਂ ਲਿਆ ਵੀ ਫਿਟਕਾਰ ਯੋਗ ਹੈ, ਵਿਅਰਥ ਹੈ। ਨਾਮ ਜਪਿਆ ਨਹੀਂ, ਇਸ ਲਈ ਜਿਹੜਾ ਜਿੰਨਾ ਜਿਉਂ ਲਿਆ ਸਾਰੇ ਹੀ ਫਿਟਕਾਰ ਯੋਗ ਹੈ, ਵਿਅਰਥ ਹੈ ਜਿੰਨਾ ਜਿਉਂ ਲਿਆ। ਨਾਮ ਤੋਂ ਬਿਨਾਂ ਜਿਹੜਾ ਜਿਉਣਾ, ਕਹਿੰਦੇ ਤੁਸੀਂ ਉਹਨਾਂ ਦਾ ਆਪਣਾ ਸਮਾਂ ਵਿਅਰਥ ਗੁਆ ਲਿਆ ਹੈ। ਆਇਆ ਸੀ ਨਾਮ ਜਪਣ ਲਈ, ਉਹ ਭੁੱਲ ਭੁਲਾ ਗਿਆ। ਸ਼ਬਦ ਸਵਾਰੀ ਆਸ ਅੰਮ੍ਰਿਤ ਪੀਵੇ। ਅਤੇ ਜਿਨ੍ਹਾਂ ਨੂੰ ਪਰਮਾਤਮਾ ਨੇ ਨਾਮ ਰਾਹੀਂ ਸਵਾਰ ਦਿੱਤਾ ਨਾ, ਸਮਝੋ ਉਹਨਾਂ ਨੇ ਨਾਮ ਅੰਮ੍ਰਿਤ ਪੀਤਾ, ਉਹਨਾਂ ਨੇ ਨਾਮ ਅੰਮ੍ਰਿਤ ਪੀਤਾ। ਸ਼ਲੋਕ ਮਹਿਲਾ ਪਹਿਲਾ। ਮਾਰੂ ਮੀਂਹ ਨਾ ਤ੍ਰਿਪਤਿਆ, ਅੱਗੀ ਲਹਿਰ ਨਾ ਭੁੱਖ। ਰਾਜਾ ਰਾਜ ਨਾ ਤ੍ਰਿਪਤਿਆ, ਸਾਇਰ ਭਰੇ ਕੇ ਸੁਖ। ਨਾਨਕ ਸੱਚੇ ਨਾਮ ਕੀ, ਕੀਤੀ ਪੁੱਛਾ ਪੁੱਛ। ਮਾਰੂ ਮੀਂਹ ਨਾ ਤ੍ਰਿਪਤਿਆ। ਮਾਰੂ ਪਾ ਮਾਰੂ ਥਲ, ਜਿੱਥੇ ਰੇਤਾ ਹੀ ਰੇਤਾ। ਜਿਹੜਾ ਹੈ ਸੰਸਕ੍ਰਿਤ ਦੇ ਵਿੱਚ ਮਰੂ ਕਹਿੰਦੇ ਨੇ, ਮਰੂ ਸਥਲ ਉਹ ਕਹਿੰਦੇ ਨੇ, ਪਾ ਰੇਤਾ। ਮਾਰੂ ਦਾ ਸ਼ਬਦ ਹੈ ਰੇਤਾ। ਮਾਰੂ ਥਲ ਉਹ ਧਰਤੀ ਜਿੱਥੇ ਰੇਤਾ ਹੀ ਰੇਤਾ, ਉਹਨੂੰ ਕਿ ਮਾਰੂ। ਮਾਰੂ ਮੀਂਹ ਨਾ ਤ੍ਰਿਪਤਿਆ। ਮਾਰੂ ਥਲ 'ਚ ਜਿੰਨਾ ਮਰਜ਼ੀ ਮੀਂਹ ਪੈ ਜੇ, ਮਾਰੂ ਥਲ ਰਾਜਦਾ ਨਹੀਂ ਹੈ, ਉਹ ਰਾਜਦਾ ਨਹੀਂ। ਟਿੱਬਿਆਂ 'ਤੇ ਜਿੰਨਾ ਮਰਜ਼ੀ ਮੀਂਹ ਪੈ ਲਿਆ, ਉਹ ਪਿਆਸੇ ਦੇ ਪਿਆਸੇ ਰਹਿੰਦੇ ਨੇ। ਅੱਗੀ ਲਹਿਰ ਨਾ ਭੁੱਖ। ਅਤੇ ਅੱਗ ਦੀ ਜਿਹੜੀ ਭੁੱਖ ਹੈ, ਹੋਰ ਬਾਲਣ ਨਾਲ ਨਹੀਂ ਮਿਟਦੀ। ਜਿੰਨਾ ਮਰਜ਼ੀ ਬਾਲਣ ਪਾਈ ਜਾਓ, ਅੱਗ ਨਹੀਂ ਬੁਝਦੀ, ਉਹਦੀ ਪਿਆਸ ਨਹੀਂ ਬੁਝਦੀ, ਉਹ ਸਗੋਂ ਤੇਜ਼ ਹੁੰਦੀ ਹੈ। ਇਸੇ ਤਰ੍ਹਾਂ ਹੀ ਰਾਜਾ ਰਾਜ ਨਾ ਤ੍ਰਿਪਤਿਆ। ਰਾਜੇ ਰਾਜ ਕਰਕੇ ਕਦੇ ਰੱਜੇ ਨਹੀਂ, ਉਹ ਮਰਨ ਤੱਕ ਲੱਗੇ ਰਹਿੰਦੇ ਨੇ। ਜਿੰਨਾ ਚਿਰ ਜਾਣ ਜੀ ਮੈਂ ਫਿਰ ਰਾਜਾ ਬਣ ਜਾ, ਮੈਂ ਫਿਰ ਮੁੱਖ ਮੰਤਰੀ ਬਣ ਜਾ, ਮੈਂ ਫਿਰ ਪ੍ਰਧਾਨ ਮੰਤਰੀ, ਮੈਂ ਫਿਰ ਲੱਗੇ ਰਾਜਦੇ ਨਹੀਂ। ਰਾਜਾ ਰਾਜ ਨਾ ਤ੍ਰਿਪਤਿਆ। ਰਾਜਾ ਰਾਜ ਕਰ ਕਰਕੇ ਰਾਜਦਾ ਨਹੀਂ ਹੈਗਾ। ਸਾਇਰ ਭਰੇ ਕਿ ਸੁੱਖ। ਕਿ ਸੁੱਖ ਹੁੰਦੇ ਨਦੀਆਂ, ਸਾਇਰ ਹੁੰਦਾ ਸਮੁੰਦਰ, ਅਤੇ ਸਮੁੰਦਰ ਕਦੇ ਨਦੀਆਂ ਨਾਲ ਨਹੀਂ ਭਰਦੇ।
ਸਗੋਂ ਸਾਰੇ ਸੰਸਾਰ ਦੀਆਂ ਨਦੀਆਂ ਸਮੁੰਦਰਾਂ ਜਾ ਕੇ ਡਿੱਗਦੀਆਂ ਨੇ। ਕਦੇ ਸਮੁੰਦਰ ਪਾਣੀ ਨਾਲ ਉਛਲੇ ਨਹੀਂ ਹੈਗੇ, ਪਾਣੀ ਬਾਹਰ ਆ ਗਿਆ ਜੀ ਨਾ, ਉਹ ਰਾਜਦੇ ਨਹੀਂ ਹੈਗੇ, ਕਦੇ ਭਰਦੇ ਨਹੀਂ ਹੈਗੇ। ਨਾਨਕ ਸੱਚੇ ਨਾਮ ਕੀ ਕੀਤੀ ਪੁੱਛਾ ਪੁੱਛ। ਇਸ ਲਈ ਜਿਹੜੇ ਨਾਮ ਜਪਦੇ ਨੇ ਉਹ ਸੱਚੇ ਨਾਮ ਬਾਰੇ ਪੁੱਛਦੇ ਹੀ ਰਹਿੰਦੇ ਨੇ ਵੀ ਹੋਰ ਨਾਮ ਮਿਲੇ ਜੀ, ਹੋਰ ਨਾਮ ਮਿਲੇ ਜੀ। ਉਹ ਨਾਮ ਜਪ ਜਪ ਕੇ ਰੱਜਦੇ ਨਹੀਂ ਹੈਗੇ। ਜਿਵੇਂ ਮਾਰੂ ਥਲ ਮੀਂਹ ਨਾਲ ਨਹੀਂ ਰਾਜਦਾ, ਰਾਜਾ ਰਾਜ ਕਰਕੇ ਨਹੀਂ ਰਾਜਦਾ, ਅੱਗ ਬਾਲਣ ਨਾਲ ਨਹੀਂ ਰਾਜਦੀ, ਸਮੁੰਦਰ ਪਾਣੀ ਨਾਲ ਨਹੀਂ ਰਾਜਦਾ। ਇਸ ਲਈ ਨਾਮ ਜਪਣ ਵਾਲਾ ਨਾਮ ਜਪ ਜਪ ਕੇ ਵੀ ਨਹੀਂ ਰਾਜਦਾ, ਉਹ ਪੁੱਛਦਾ ਹੀ ਰਹਿੰਦਾ, ਉਹ ਹੋਰ ਹੋਰ ਪੁੱਛਦਾ ਰਹਿੰਦਾ ਵੀ ਹੋਰ ਨਾਮ ਮਿਲੇ, ਹੋਰ ਨਾਮ ਮਿਲੇ। ਮਹਿਲਾ ਦੂਜਾ ਗੁਰੂ ਅੰਗਦ ਦੇਵ ਮਹਾਰਾਜ ਫਰਮਾਨ ਕਰਦੇ ਨੇ, ਨੇ ਫਲੰਗ ਤਸ ਜਨਮਸ ਜਾਵਤ ਬ੍ਰਹਮ ਨ ਬਿੰਦਤੇ, ਸਾਗਰੰ ਸੰਸਾਰਸ ਗੁਰ ਪ੍ਰਸਾਦੀ ਤਰਹਿ ਕੇ, ਕਰਨ ਕਾਰਨ ਸਮਰੱਥ ਹੈ ਕਹੋ ਨਾਨਕ ਵਿਚਾਰ, ਕਾਰਨ ਕਰਤੇ ਵਸ ਹੈ ਜਿਨ ਕਲ ਰੱਖੀ ਧਾਰ। ਨੇਫਲੰਗ ਨੇਫਲ ਨਿਸਫਲ ਵਿਅਰਥ, ਤਸ ਉਸ ਦਾ ਜਨਮਸ ਜਨਮ, ਜਾਵਤ ਜਿੰਨਾ ਚਿਰ ਬ੍ਰਹਮ ਪਰਮਾਤਮਾ ਬਿੰਦ ਤੇ ਜਾਣਦਾ ਨਹੀਂ। ਜਿੰਨਾ ਚਿਰ ਮਨੁੱਖ ਪਰਮਾਤਮਾ ਨੂੰ ਜਾਣ ਨਹੀਂ ਲੈਂਦਾ ਉਹਦਾ ਜਨਮ ਵਿਅਰਥ ਹੈ। ਜਿੰਨਾ ਚਿਰ ਅਸੀਂ ਰੱਬ ਨੂੰ ਜਾਣ ਨਹੀਂ ਲੈਂਦੇ ਉਹਨਾਂ ਚਿਰ ਸਾਡਾ ਜੀਵਨ ਵਿਅਰਥ ਹੈ। ਨੇਫਲੰਗ ਵਿਅਰਥ ਹੈ, ਤਸ ਉਸ ਦਾ ਜਨਮਸ ਜੀਵਨ, ਜਾਵਤ ਜਿੰਨੀ ਦੇਰ ਤੱਕ ਬ੍ਰਹਮ ਨਾ ਬਿੰਦਤੇ, ਬਿੰਦਤੇ ਦੇ ਜਾਣ ਲੈਣਾ। ਜਿੰਨਾ ਚਿਰ ਮਨੁੱਖ ਪਰਮਾਤਮਾ ਨੂੰ ਜਾਣ ਨਹੀਂ ਲੈਂਦਾ ਉਨਾ ਚਿਰ ਇਹਦਾ ਜੀਵਨ ਵਿਅਰਥ ਹੈ। ਸਾਗਰੰ ਸੰਸਾਰਸ ਗੁਰ ਪ੍ਰਸਾਦੀ ਤਰਹਿ ਕੇ, ਇਹ ਜਿਹੜਾ ਸੰਸਾਰ ਹੈ ਇਹ ਸਮੁੰਦਰ ਦੀ ਨਿਆਈ ਹੈ। ਜਿਵੇਂ ਸਮੁੰਦਰ ਨੂੰ ਤਰਨਾ ਔਖਾ ਹੁੰਦਾ, ਕੋਈ ਵਿਰਲਾ ਟਾਵਾਂ ਤਰ ਸਕਦਾ, ਇਸ ਤਰ੍ਹਾਂ ਸੰਸਾਰ ਵੀ ਸਮੁੰਦਰ ਦੀ ਤਰ੍ਹਾਂ, ਜਿਹਨੇ ਇਹਨੂੰ ਤਰਨਾ ਨਾ ਗੁਰ ਪ੍ਰਸਾਦੀ ਤਰਹਿ ਕੇ, ਕੋਈ ਗੁਰੂ ਦੀ ਕਿਰਪਾ ਨਾਲ ਇਹਨਾਂ ਨੂੰ ਤਰਦੇ ਨੇ। ਕਿਉਂਕਿ ਇੱਥੇ ਕਾਮ ਹੈ, ਕ੍ਰੋਧ ਹੈ, ਲੋਭ ਹੈ, ਮੋਹ ਹੈ, ਹੰਕਾਰ ਹੈ, ਚੁਗਲੀ ਨਿੰਦਿਆ ਹੈ, ਪਤਾ ਨਹੀਂ ਕੀ ਕੁਛ ਹੈ। ਇਹਨਾਂ ਸਾਰੀਆਂ ਬੁਰਾਈਆਂ ਤੋਂ ਬਚ ਕੇ ਜੀਵਨ ਜਿਉਣਾ ਕਹਿੰਦੇ ਸਮੁੰਦਰ ਤਰਨਾ। ਜਿਵੇਂ ਸਮੁੰਦਰ ਤਰਨਾ ਔਖਾ ਹੈ, ਇਸ ਤਰ੍ਹਾਂ ਸਾਰੀਆਂ ਬੁਰਾਈਆਂ ਤੋਂ ਬਚ ਕੇ ਜਿਉਣਾ ਵੀ ਬਹੁਤ ਔਖਾ ਹੈ। ਇਹ ਤਾਂ ਜੇ ਗੁਰੂ ਦੀ ਕਿਰਪਾ ਹੋਵੇ ਨਾ ਤਾਂ ਬਚਾਅ ਹੁੰਦਾ ਸਿੱਖ ਦਾ। ਕਰਨ ਭਾਵੇਂ ਸਿੱਖ ਨੂੰ ਪਤਾ ਵੀ ਹੋਵੇ, ਜੇ ਗੁਰੂ ਦੀ ਕਿਰਪਾ ਨਹੀਂ ਪਤਾ ਹੋਣ ਦੇ ਬਾਵਜੂਦ ਵੀ ਨਹੀਂ ਗੱਲ ਬਣਦੀ। ਰਾਜਾ ਜਨਮੇਜੈ ਰਿਸ਼ੀ ਵੇਦ ਵਿਆਸ ਨੇ ਉਹਨੂੰ ਕਹਿਤਾ, ਤੂੰ 18 ਬ੍ਰਾਹਮਣਾਂ ਦਾ ਕਤਲ ਕਰੇਂਗਾ, ਇਸ ਲਈ ਤੂੰ ਕੋੜ ਨਾਲ ਮਰੇਂਗਾ। ਪਹਿਲਾਂ ਦੱਸ। ਕਹਿੰਦਾ ਹੁਣ ਮੈਨੂੰ ਪਤਾ ਲੱਗ ਗਿਆ ਜੀ। ਕਹਿੰਦਾ ਹੁਣ ਨਹੀਂ ਮੈਂ ਕੋੜ ਨਾਲ ਮਰਦਾ। ਰਿਸ਼ੀ ਕਹਿੰਦਾ ਭਾਵੇਂ ਪਤਾ ਵੀ ਹੈ, ਹੋਣੀ ਬੜੀ ਬਲਵਾਨ ਹੁੰਦੀ। ਤੂੰ 18 ਬ੍ਰਾਹਮਣਾਂ ਦਾ ਕਤਲ ਕਰੇਂਗਾ, ਤੈਨੂੰ ਬ੍ਰਹਮ ਹੱਤਿਆ ਦਾ ਦੋਸ਼ ਲੱਗੇਗਾ, ਤੈਨੂੰ ਕੋੜ ਹੋ ਜਾਏਗਾ, ਤੂੰ ਕੋੜ ਨਾਲ ਹੀ ਮਰੇਗਾ। ਕਹ ਨਾ ਜੀ ਹੁਣ ਮੈਨੂੰ ਪਤਾ ਲੱਗ ਗਿਆ, ਮੈਂ ਕਿਉਂ ਕਤਲ ਕਰਾਂਗਾ? ਜਦੋਂ ਪਤਾ ਹੀ ਲੱਗ ਗਿਆ ਮੈਂ ਕਿਉਂ ਕਤਲ ਕਰਾਂ? ਕਹਿ ਤੂੰ ਕਰੇਂਗਾ? ਕਹਿ ਨਹੀਂ ਜੀ ਮੈਨੂੰ ਪਤਾ ਹੀ ਲੱਗ ਗਿਆ ਜਦੋਂ। ਚੰਗਾ ਕਦੇ ਉਹੀ ਗੱਲ ਹੋਈ, 18 ਬ੍ਰਾਹਮਣ ਦਾ ਕਤਲ ਕਰਤਾ, ਕੋੜ ਹੋ ਗਿਆ। ਫਿਰ ਤਰਲੇ ਕੱਢਦਾ ਜੀ ਗਲਤੀ ਹੋਵੇ, ਕਹਿੰਦਾ ਮੈਂ ਤੈਨੂੰ ਕਿਹਾ ਸੀ ਨਾ, ਪਤਾ ਹੋਣ ਨਾਲ ਨਹੀਂ ਗੱਲ ਬਣਦੀ। ਜੇ ਤਾਂ ਉਹਦੇ 'ਚ ਥੋੜ੍ਹੀ ਜਿਹੀ ਅਕਲ ਹੁੰਦੀ, ਹਉਮੈ ਨਾ ਕਰਦਾ। ਕਹਿੰਦਾ ਮਹਾਰਾਜ ਜੀ ਜਿੱਥੇ ਤੁਸੀਂ ਇਹ ਕਿਰਪਾ ਕੀਤੀ ਹੈ ਵੀ ਤੂੰ 18 ਬ੍ਰਾਹਮਣ ਦਾ ਕਤਲ ਕਰੇਂਗਾ, ਤੈਨੂੰ ਕੋੜ ਹੋਏਗਾ, ਮੇਰੇ 'ਤੇ ਕਿਰਪਾ ਕਰੋ।
ਮੈਨੂੰ ਕੋਈ ਨਾਮ ਸ਼ਬਦ ਕੋਈ ਦੇ ਦਿਓ ਵੀ ਤਾਂ ਜੇ ਮੈਂ ਕੰਮ ਹੀ ਨਾ ਕਰਾਂ। ਫਿਰ ਹੋ ਸਕਦਾ ਉਹ ਕੋਈ ਨਾ ਕੋਈ ਹੱਲ ਦੱਸ ਦਿੰਦੇ। ਪਰ ਉਹਨੇ ਤਾਂ ਕਿਹਾ ਹਉਮੈ ਜਾ ਕੇ ਲੈ, ਜਦੋਂ ਪਤਾ ਲੱਗ ਗਿਆ ਫਿਰ ਕਿਵੇਂ ਹੋਵੇਗਾ ਜੀ। ਉਹੀ ਗੱਲ ਹੋਈ, ਕਤਲ ਕਰਤਾ, ਗੁੱਸੇ ਜਾ ਕੇ ਕੋੜ ਹੋ ਗਿਆ। ਫਿਰ ਤਰਲੇ ਕਰਦੇ ਰਿਸ਼ੀ ਵੇਦ ਵਿਆਸ ਦੇ। ਰਿਸ਼ੀ ਵੇਦ ਵਿਆਸ ਕਹਿੰਦਾ ਸੁਣ, ਮੈਂ ਤੈਨੂੰ, ਇੱਕ ਤੇ ਰਾਮਾਇਣ ਹੈ, ਦੂਜਾ ਕਿਹੜਾ ਮਹਾਭਾਰਤ, ਮੈਂ ਤੈਨੂੰ ਮਹਾਭਾਰਤ ਦੀ ਕਥਾ ਸੁਣਾਵਾਂਗਾ। ਸ਼ਰਤ ਇੱਕ ਹੈ, ਤੂੰ ਵਿੱਚ ਕਿੰਤੂ ਪਰੰਤੂ ਨਹੀਂ ਕਰਨਾ। ਜੇ ਤੂੰ ਕਿੰਤੂ ਪਰੰਤੂ ਕੀਤਾ ਤੇਰਾ ਕੋੜ ਨਹੀਂ ਹਟਣਾ। ਚਲੋ ਜੀ, ਸੁਣੀ ਗਿਆ, ਕੋੜ ਹਟੀ ਗਿਆ, ਹਟੀ ਗਿਆ, ਹਟੀ ਗਿਆ ਕੋੜ। ਉੱਥੇ ਆ ਗਿਆ ਵੀ ਭੀਮ ਸੈਨ ਇੰਨਾ ਤਾਕਤਵਰ ਸੀ ਕਿ ਉਹਨੇ ਹਾਥੀ ਦੀ ਪੂਛ ਫੜਦਾ ਸੀ, ਉਹਨੂੰ ਐਂ ਘੁਮਾ ਕੇ ਆਕਾਸ਼ 'ਚ ਛੱਡ ਦਿੰਦਾ ਸੀ, ਅਤੇ ਅੱਜ ਤੱਕ ਹਾਥੀ ਹੇਠਾਂ ਨਹੀਂ ਡਿੱਗੇ। ਕਹਿੰਦਾ ਨੱਕ ਨਾਲ ਕਹਿੰਦਾ ਵੀ ਇਹ ਕਿਵੇਂ ਹੋ ਸਕਦਾ। ਕਹਿੰਦੇ ਮੈਂ ਤੈਨੂੰ ਕਿਹਾ ਸੀ ਤੂੰ ਕਿੰਤੂ ਨਹੀਂ ਕਰਨਾ। ਹੁਣ ਉਹ ਨੱਕ 'ਤੇ ਰਹਿ ਗਿਆ, ਬਾਕੀ ਸਾਰੇ ਸਰੀਰ ਤੋਂ ਹਟ ਗਿਆ ਕੋੜ ਨੱਕ 'ਤੇ, ਫਿਰ ਕੋੜ ਨਾਲ ਹੀ ਮਰਿਆ, ਕੋੜ ਨਾਲ। ਇਸ ਲਈ ਜਿਹੜਾ ਹੈ ਹੋਣੀ ਹੈ, ਕਹਿੰਦੇ ਟਲਦੀ ਨਹੀਂ ਹੈਗੀ। ਸੋ ਇਹ ਤਾਂ ਜੇ ਗੁਰੂ ਦੀ ਕਿਰਪਾ ਹੋ ਜਾਏ ਤਾਂ ਇਹ ਹੋਣੀ ਟਲਦੀ। ਉਹਦੇ ਸਿੱਖ ਇਤਿਹਾਸ 'ਚ ਇੱਕ ਉਦਾਹਰਣ ਵੀ ਹੈ। ਹਿਮਾਚਲ ਦਾ ਰਾਜਾ, ਉਹਨੇ ਕਿਸੇ ਸਿੱਖ ਤੋਂ ਪੁੱਛਿਆ ਬਈ ਗੁਰੂ ਮਹਾਰਾਜ ਕਿਸਮਤ ਬਦਲ ਸਕਦੇ ਨੇ। ਉਹਨੇ ਕਿਹਾ ਚੱਲ ਫਿਰ ਮੈਂ, ਚੱਲ ਯਾਰ ਕਹਿੰਦਾ ਮੈਨੂੰ ਪੰਚਮ ਪਾਤਸ਼ਾਹ ਕੋਲ ਲੈ ਚੱਲ, ਮੈਂ ਆਪਣੀ ਕਿਸਮਤ ਬਦਲਾਣੀ ਹੈ। ਆ ਗਏ, ਸਿੱਖ ਲੈ। ਅੱਗੇ ਕੀਰਤਨ ਹੋ ਰਿਹਾ, ਗੁਰੂ ਮਹਾਰਾਜ ਬਿਰਾਜਮਾਨ ਨੇ, ਕੀਰਤਨ ਹੋ ਰਿਹਾ। ਕੀਰਤਨੀਏ ਕੁਦਰਤੀ ਉਸ ਵੇਲੇ ਗਾ ਰਹੇ ਨੇ, ਲੇਖ ਨਾ ਮਿਟਹੀ ਹੈ ਸਖੀ ਜੋ ਲਿਖਿਆ ਕਰਤਾਰ। ਹੁਣ ਉਸੇ ਵੇਲੇ ਦੀ ਗੁਰਬਾਣੀ ਸੀ, ਉਹਨੂੰ ਸਮਝ ਆ ਗਿਆ। ਉਹ ਕਹਿੰਦੇ ਲੇਖ ਮਿਟਣੇ ਹੀ ਨਹੀਂ, ਅਤੇ ਮੈਂ ਫਿਰ ਇੱਥੇ ਕੀ ਕਰਨ ਆਇਆ? ਮੈਂ ਤਾਂ ਗੁਰੂ ਕੋਲ ਆਇਆ ਸੀ ਲੇਖ ਮਿਟਾਉਣ ਲਈ, ਅਤੇ ਇਹ ਤਾਂ ਕੀਰਤਨੀ ਗਾ ਰਹੇ, ਲੇਖ ਨਾ ਮਿਟਹੀ ਹੈ ਸਖੀ ਜੋ ਲਿਖਿਆ ਕਰਤਾਰ। ਵੀ ਜੋ ਪਰਮਾਤਮਾ ਨੇ ਲੇਖ ਲਿਖਦਾ ਹੈ ਮਿਟਦਾ ਨਹੀਂ ਹੈ। ਚਲੋ ਸ਼ੰਕਾ ਪੈਦਾ ਹੋ ਗਿਆ, ਕੀਰਤਨ ਦੀ ਸਮਾਪਤੀ ਹੋ ਗਈ। ਗੁਰੂ ਬਾਰੇ ਹਾਲ ਚਾਲ ਪੁੱਛਿਆ, ਕਹਿੰਦਾ ਜੀ ਮੈਂ ਤਾਂ ਆਪਣੀ ਕਿਸਮਤ ਬਦਲਾਉਣ ਲਈ, ਲੇਖ ਮਿਟਾਉਣ ਲਈ ਤੁਹਾਡੇ ਕੋਲ ਆਇਆ ਸੀ। ਅੱਗੋਂ ਤੁਹਾਡੇ ਕੀਰਤਨੀ ਆ ਗਾ ਰਹੇ ਨੇ, ਤੁਹਾਡੀ ਬਾਣੀ ਵੀ ਗਾ ਰਹੇ ਨੇ। ਕਹਿੰਦਾ ਹਾਂਜੀ। ਉਹ ਕਹਿੰਦੇ ਕੋਈ ਨਹੀਂ ਰਾਜਨ, ਅੱਜ ਤੁਸੀਂ ਇੱਥੇ ਠਹਿਰੋ, ਲੰਗਰ ਪਾਣੀ ਛਕੋ, ਸਵੇਰੇ ਤੁਹਾਡੇ ਪ੍ਰਸ਼ਨ ਦਾ ਅਸੀਂ ਉੱਤਰ ਦੇਵਾਂਗੇ। ਲੰਗਰ ਪਾਣੀ ਛਕਿਆ, ਆਪਣਾ ਪਰਿਵਾਰ ਵੀ ਨਾਲ ਲੈ ਕੇ ਆਇਆ ਸੀ। ਰਹੇ ਰਾਤ ਨੂੰ ਸੁਪਨਾ ਆਉਂਦਾ ਉਸਨੂੰ, ਬੜਾ ਡਰਾਉਣਾ ਸੁਪਨਾ ਆਇਆ ਕਿ ਉਹ ਚੰਡਾਲ ਦੇ ਘਰ ਪੈਦਾ ਹੋ ਗਿਆ। ਇੱਕ ਬ੍ਰਾਹਮਣ ਹੁੰਦੇ ਨੇ, ਦੂਜੇ ਖੱਤਰੀ, ਤੀਜੇ ਵੈਸ਼, ਚੌਥੇ ਸ਼ੂਦਰ ਅਤੇ ਪੰਜਵੇਂ ਚੰਡਾਲ ਪਹਿਲਾਂ ਹਿੰਦੁਸਤਾਨ 'ਚ ਹੋਇਆ ਕਰਦੇ ਸਨ। ਚੰਡਾਲਾਂ ਨੂੰ ਸ਼ਹਿਰ ਜਾਂ ਪਿੰਡ 'ਚ ਰਹਿਣ ਦੀ ਆਗਿਆ ਨਹੀਂ ਸੀ ਹੁੰਦੀ, ਉਹ ਜੰਗਲਾਂ 'ਚ ਹੀ ਰਹਿੰਦੇ ਸਨ। ਅਤੇ ਉਹਨਾਂ ਨੂੰ ਹੁਕਮ ਸੀ ਵੀ ਜੇ ਕਦੇ ਤੁਸੀਂ ਸ਼ਹਿਰ ਜਾਂ ਪਿੰਡ 'ਚ ਆਉਣਾ ਹੋਵੇ, ਤੁਸੀਂ ਢੋਲ ਵਜਾਉਂਦੇ ਆਉਣੇ, ਤਾਂ ਜੋ ਤੁਹਾਡਾ ਪਰਛਾਵਾਂ ਸਾਡੇ 'ਤੇ ਨਾ ਪੈ ਜਾਵੇ, ਅਤੇ ਤੁਸੀਂ ਆਪਣੇ ਮਗਰ ਕੰਡੇ ਝਾੜੀਆਂ ਬੰਨ੍ਹ ਕੇ ਲਿਆਉਣੀਆਂ, ਤਾਂ ਜੋ ਤੁਹਾਡੇ ਪੈਰਾਂ ਦੇ ਦਾਗ ਧਰਤੀ 'ਤੇ ਨਾ ਰਹਿ ਜਾਣ। ਚੰਡਾਲ ਬਣ ਗਏ। ਗਰੀਬੀ ਹੈ ਅੱਤ ਦਰਜੇ ਦੀ, ਦੁਖੀ ਹੈ, ਵਿਆਹ ਹੋ ਗਿਆ, ਬਾਲ ਬੱਚੇ ਹੋ ਗਏ ਨੇ, ਦੁੱਖ ਭੋਗਦਿਆਂ ਹੀ 40 ਸਾਲ ਬੀਤ ਗਏ, ਅਤੇ ਫਿਰ ਉਹ ਮਰ ਗਿਆ। ਫਿਰ ਮਰ ਗਿਆ। ਇੰਨਾ ਡਰਾਉਣਾ ਉਹਨੂੰ ਸੁਪਨਾ ਆਇਆ, ਸਵੇਰ ਤੱਕ ਯਾਦ ਹੈ, ਸਵੇਰ ਤੱਕ ਯਾਦ। ਜਿਵੇਂ ਰਾਜਾ ਜਨਕ ਨੂੰ ਯਾਦ ਸੀ ਸਵੇਰ ਦਾ ਰਾਤ ਦਾ ਸੁਪਨਾ ਵੀ ਮੈਂ ਭਿਖਾਰੀ ਹੋ ਗਿਆ। ਕਈ ਸੁਪਨੇ ਬੜੇ ਡਰਾਉਣੇ ਹੁੰਦੇ ਨੇ, ਕਈ ਦਿਨ ਯਾਦ ਰਹਿੰਦੇ ਨੇ। ਡਰ ਗਿਆ ਵੀ ਹੈ ਮੈਂ ਤਾਂ ਚੰਡਾਲ ਰਿਹਾ। ਚਲੋ ਜੀ, ਅਗਲੇ ਦਿਨ ਗੁਰੂ ਮਹਾਰਾਜ ਕਿ ਉਹ ਰਾਜਨ ਸੈਰ ਕਰ ਰਹੀ। ਰਾਜਾ ਵੀ ਘੋੜੇ 'ਤੇ ਚੜ੍ਹਿਆ, ਗੁਰੂ ਮਹਾਰਾਜ ਘੋੜੇ 'ਤੇ ਚੜ੍ਹੇ, ਨਾਲ ਸਿੱਖ ਨੇ ਸੈਰ ਕਰਨ ਜਾ ਰਹੇ।
ਅੱਗੋਂ ਹਿਰਨ ਦਿਸ ਪਿਆ। ਰਾਜੇ ਨੇ ਸ਼ਿਕਾਰ ਕਰਨ ਦੀ ਆਦਤ ਹੁੰਦੀ ਹੈ, ਹਿਰਨ ਦੇ ਮਗਰ ਘੋੜਾ ਭਜਾ ਲਿਆ। ਹਿਰਨ ਦੀ ਸਪੀਡ ਬੜੀ ਹੁੰਦੀ ਹੈ। ਚਲੋ ਜੀ, ਬਹੁਤ ਦੂਰ ਜੰਗਲ 'ਚ ਚਲਿਆ ਗਿਆ ਹੈ ਰਾਜਾ, ਹਿਰਨ ਨਹੀਂ ਲੱਭਾ। ਜੰਗਲ ਦੀ ਇੱਕ ਸਮੱਸਿਆ ਆਉਂਦੀ ਹੈ ਕਿ ਜੰਗਲ 'ਚ ਰਾਹ ਨਹੀਂ ਛੇਤੀ ਲੱਭਦਾ। ਜਿਹੜੇ ਤੁਸੀਂ ਕਦੇ ਜੰਗਲ 'ਚ ਨਹੀਂ ਗਏ ਨਾ, ਤੁਸੀਂ ਕੋਲੇ ਰਾਹ ਕਿਉਂ ਨਹੀਂ ਲੱਭਦਾ? ਨਹੀਂ ਲੱਭਦਾ। ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਮੈਂ ਬਾਹਰ ਕਿੱਧਰੋਂ ਦੀ ਨਿਕਲਾਂ, ਵਿੱਚ ਹੀ ਬਸ ਗੇੜੇ 'ਚ ਲਾਈ ਦਾ ਵਿਚਾਰਾ ਦੁਖੀ ਹੋ ਜਾਂਦਾ। ਲਓ ਜੀ, ਗੇੜੇ 'ਚ ਲਾਈ ਦਾ ਵਿੱਚ ਹੀ ਘੋੜੇ ਸਮੇਤ ਬੜੇ ਸਮੇਂ ਤੋਂ ਬਾਅਦ ਜੰਗਲ ਤੋਂ ਬਾਹਰ ਨਿਕਲਿਆ। ਬਾਹਰ ਮੁੰਡੇ ਖੇਡ ਰਹੇ ਸੀ। ਇੱਕ ਨੇ ਪਹਿਚਾਣ ਲਿਆ ਵੀ ਤਾਂ ਪਿਤਾ ਮੇਰਾ ਜਿਹੜਾ ਕੱਲ੍ਹ ਮਰਿਆ ਸੀ। ਉਹ ਬਾਪੂ ਬਾਪੂ ਜੋ ਵੀ ਕਹਿੰਦਾ ਸੀ, ਉਹ ਕਹਿੰਦਾ ਬਾਪੂ ਉਹ ਤੂੰ ਤੇ ਕੱਲ੍ਹ ਮਰ ਗਿਆ ਸੀ, ਆ ਤੂੰ ਕਿੱਥੋਂ ਆ ਗਿਆ? ਆ ਤੂੰ ਰਾਜਿਆਂ ਵਾਲੇ ਕੱਪੜੇ ਕਿੱਥੋਂ ਲੈ ਆਏ? ਆ ਤੂੰ ਘੋੜਾ ਕਿੱਥੋਂ ਲੈ ਆਏ? ਉਹ ਕਹਿੰਦਾ ਚਲੋ ਚੱਲ, ਮੈਂ ਤੁਹਾਡਾ ਕੋਈ ਬਾਪੂ ਬੂਪੂ ਨਹੀਂ, ਮੈਂ ਤਾਂ ਹਿਮਾਚਲ ਦਾ ਰਾਜਾ। ਉਹ ਜਾ ਕੇ ਰੌਲਾ ਪਾਦਾ ਘਰ, ਬੇਬੇ ਬੇਬੇ ਬਾਪੂ ਆ ਗਿਆ, ਬਾਪੂ ਆ ਗਿਆ। ਉਹ ਜਨਾਨੀ ਕੀ ਹੋਰ ਜਨਾਨੀਆਂ ਪਿੰਡ ਵਾਲੇ ਆ ਗਏ। ਉਹ ਜਨਾਨੀ ਕਹਿੰਦੀ ਕਮਾਲ ਆ ਜੀ, ਇਹਦਾ ਤੁਸੀਂ ਝੂਠੇ ਮੂਠੇ ਮਰ ਗਏ ਕੱਲ੍ਹ, ਆਪਾਂ ਤਾਂ ਗਰੀਬ ਸੀ, ਤੁਸੀਂ ਇਹ ਰਾਜੇ ਵਾਲੇ ਕੱਪੜੇ ਕਿੱਥੋਂ ਲੈ ਆਓ? ਆ ਘੋੜਾ ਕਿੱਥੋਂ ਲਿਆ ਤੁਸੀਂ? ਕਹਿੰਦੇ ਚੱਲ ਚੱਲ ਬੀਬੀ, ਮੈਂ ਤੇਰਾ ਕੋਈ ਘਰ ਵਾਲਾ ਨਹੀਂ ਹੈ। ਕਹਿੰਦੇ ਕਿਉਂ ਝੂਠ ਬੋਲਦੇ? ਮੈਂ ਤੇਰੀ ਘਰ ਵਾਲੀ ਹਾਂ, ਆ ਬੱਚੇ ਤੇਰੇ ਨੇ। ਉਹ ਦੇਖਦਾ ਵੀ ਰਾਤ ਸੁਪਨੇ 'ਚ ਜਿਹੜੀ ਘਰ ਵਾਲੀ ਸੀ ਵਾਕਈ ਉਹੀ ਹੈ, ਸੁਪਨੇ ਜਿਹੜੇ ਬੱਚੇ ਸਨ ਇਹ ਉਹੀ ਨੇ। ਅਜੇ ਰੌਲਾ ਗੋਲਾ ਪੈ ਰਹੇ ਨੇ, ਜਿਹਨੂੰ ਪੰਚਮ ਪਾਤਸ਼ਾਹ ਪਹੁੰਚ ਗਏ। ਪੰਚਮ ਪਾਤਸ਼ਾਹ ਕਹਿੰਦੇ ਭਾਈ ਕੀ ਗੱਲ ਹੋ ਗਈ? ਉਹ ਕਹਿੰਦੀ ਮੇਰਾ ਘਰ ਵਾਲਾ ਹੈ, ਇਹ ਰਾਤੀ ਝੂਠੀ ਮੂਠੀ ਮਰ ਗਿਆ, ਅਤੇ ਆ ਜਿਹੜਾ ਹੈ ਹੁਣ ਘੋੜੇ 'ਤੇ ਚੜ੍ਹਿਆ ਫਿਰਦਾ, ਕੱਪੜੇ ਰਾਜੇ ਵਾਲੇ ਪਾਏ ਹੋਏ ਨੇ। ਕਹਿੰਦੇ ਅਸੀਂ ਇਹਨੂੰ ਕਹਿੰਦੇ ਵੀ ਚਲੋ ਘਰ ਚੱਲੋ। ਤੁਸੀਂ ਗੁਰੂ ਮਹਾਰਾਜ ਕਹਿੰਦੇ ਨਹੀਂ ਭਾਈ, ਇਹ ਤਾਂ ਹਿਮਾਚਲ ਤੋਂ ਆਏ ਨੇ ਸਾਨੂੰ ਮਿਲਣ, ਇਹ ਤਾਂ ਰਾਜਾ ਹੈ, ਤੇਰਾ ਘਰ ਵਾਲਾ ਨਹੀਂ ਹੈ। ਨਾ ਜੀ, ਕਹਿੰਦੇ ਇਹ ਮੇਰਾ ਘਰ ਵਾਲਾ। ਬੱਚੇ ਹਾਂਜੀ ਸਾਡਾ ਬਾਪ ਹੈ। ਗੁਰੂ ਮਹਾਰਾਜ ਕਹਿੰਦੇ ਪਹਿਲਾਂ ਇਹ ਦੱਸੋ ਵੀ ਤੁਸੀਂ ਇਹਨੂੰ ਦੱਬਿਆ ਸੀ ਕਿ ਸਾੜਿਆ ਸੀ? ਕਹਿੰਦੇ ਜੀ ਦੱਬਿਆ ਸੀ। ਕਹਿੰਦੇ ਚਲੋ ਆਪਾਂ ਕਬਰ ਪੁੱਟ ਲੈਂਦੇ। ਜੇ ਕਬਰ ਦੇ ਵਿੱਚ ਨਾ ਹੋਇਆ ਫਿਰ ਤਾਂ ਇਹੀ ਹੈ, ਜੇ ਕਬਰ 'ਚ ਤੁਹਾਡਾ ਬੰਦਾ ਹੋਇਆ ਫਿਰ ਤਾਂ ਠੀਕ ਹੈ। ਕਹਿੰਦਾ ਹਾਂਜੀ। ਚਲੋ ਜੀ, ਪਿੰਡ ਵਾਲੇ ਕਈਆਂ ਲੈ ਕਬਰ ਪੁੱਟ ਲਈ। ਕਬਰ ਦੇ ਵਿੱਚ ਉਹ ਹੈਗਾ ਪਹਿਲੀ ਪਿਆ। ਉਹ ਜਨਾਨੀ ਦੇ ਬੱਚੇ ਕਦੇ ਰਾਜੇ ਵੱਲ ਵੇਖਦੇ ਨੇ, ਕਦੇ ਉਹ ਜਿਹੜਾ ਕਬਰ 'ਚ ਪਿਆ ਉਹਦੇ ਵੱਲ ਵੇਖਦੇ। ਚਲੋ ਗੁਰੂ ਮਹਾਰਾਜ ਕਹਿੰਦੇ ਭਾਈ ਕਈ ਵਾਰੀ ਨਾ ਇੱਕੋ ਸ਼ਕਲ ਦੇ ਦੋ ਬੰਦੇ ਹੁੰਦੇ ਨੇ, ਤੁਹਾਨੂੰ ਭੁਲੇਖਾ ਲੱਗ ਗਿਆ ਹੈ ਅਤੇ ਤੁਹਾਡਾ ਬੰਦਾ ਤਾਂ ਮਰਿਆ ਪਿਆ ਹੈ। ਕਿ ਜੇ ਤੁਸੀਂ ਸਾੜ ਦਿੱਤਾ ਹੁੰਦਾ ਫਿਰ ਤੁਹਾਨੂੰ ਸਬੂਤ ਦੇਣਾ ਔਖਾ ਹੋਣਾ ਸੀ। ਹੁਣ ਤਾਂ ਤੁਹਾਨੂੰ ਦਿਸ ਹੀ ਗਿਆ ਵੀ ਆ ਪਿਆ ਤੁਹਾਡਾ ਬੰਦਾ। ਚਲੋ ਜੀ, ਉਹਨੂੰ ਵਾਪਸ ਔਖੇ ਸੌਖੇ ਲੈ। ਕਹਿੰਦੇ ਰਾਜਨ ਗੱਲ ਸਮਝ ਆ ਗਈ? ਤੈਨੂੰ ਸ਼ੰਕਾ ਸੀ ਨਾ ਬਈ ਮੈਂ ਗੁਰੂ ਦੇ ਦਰ 'ਤੇ ਵੀ ਆਇਆ ਅਤੇ ਲੇਖ ਫਿਰ ਵੀ ਨਹੀਂ ਮੇਰੇ ਮਿਟਣੇ, ਅਤੇ ਫਿਰ ਆਉਣ ਦਾ ਫਾਇਦਾ ਕੀ? ਕਹਿੰਦੇ ਸੁਣ, ਤੂੰ ਅਗਲੇ ਜਨਮ ਚੰਡਾਲ ਹੀ ਬਣਨਾ ਸੀ, ਇਹੀ ਤੇਰੀ ਘਰ ਵਾਲੀ ਹੋਣੀ ਸੀ, ਇਹੀ ਤੇਰੇ ਬੱਚੇ ਹੋਣੇ ਸਨ, ਇਹੀ ਤੇਰਾ ਪਿੰਡ ਹੋਣਾ ਸੀ। ਇਸ ਤਰ੍ਹਾਂ ਤੂੰ ਗਰੀਬੀ ਹੰਡਾਣੀ ਸੀ ਅਤੇ ਇਸ ਤਰ੍ਹਾਂ ਮਰਨਾ ਸੀ। ਪਰ ਤੂੰ ਗੁਰੂ ਨਾਨਕ ਦੇ ਦਰ 'ਤੇ ਆ ਗਿਆ, ਇਸ ਲਈ ਗੁਰੂ ਨਾਨਕ ਨੇ ਕਿਰਪਾ ਕੀਤੀ ਹੈ ਕਿ ਤੇਰਾ 40 ਸਾਲ ਦਾ ਜਿਹੜਾ ਅਗਲਾ ਜੀਵਨ ਸੀ ਉਹ ਸੁਪਨੇ 'ਚ ਹੀ ਲੰਘਾਤਾ। ਤੇਰਾ ਸਾਰੇ ਦਾ ਸਾਰਾ ਜੀਵਨ ਸੁਪਨੇ 'ਚ ਲੰਘਾ ਕੇ ਉਹ ਜੀਵਨ ਹੀ ਕੱਟਦਾ। ਇਹ ਗੁਰੂ ਦੇ ਦਰ 'ਤੇ ਆਉਣ ਦਾ ਆਹ ਲਾਭ ਹੈ। ਇਸ ਲਈ ਰਾਜਨ ਕੋਈ ਮਨ 'ਚ ਨਹੀਂ ਲਿਆਉਣਾ ਵੀ ਕਿਸਮਤ ਨਹੀਂ ਬਦਲਦੀ। ਸੋ ਇਸ ਲਈ ਫਿਰ ਮੈਂ ਸੋਚਦਾ ਸੀ ਵੀ ਜੇ ਕਿਤੇ ਰਾਜਾ ਜਨਮੇਜਾ ਕਹਿ ਦਿੰਦਾ, ਹਉਮੈ ਨਾ ਕਰਦਾ, ਡਰ ਜਾਂਦਾ ਵੀ ਵਾਕਈ ਹੋ ਸਕਦਾ ਕੋਈ ਬੇਨਤੀ ਕਰ ਲੈਂਦਾ ਵੀ ਚਲੋ ਜੀ ਕਿਰਪਾ ਕਰੋ ਵੀ ਇਹ ਅਜਿਹਾ ਸਮਾਂ ਨਾ ਆਵੇ, ਮੈਨੂੰ ਕੋੜ ਨਾ ਹੋਵੇ ਕੋਈ, ਤਾਂ ਹੋ ਸਕਦਾ ਗੁਰੂ ਮਹਾਰਾਜ ਕਿਰਪਾ ਕਰ ਦਿੰਦੇ। ਪਰ ਹੁਣ ਤਾਂ ਹਉਮੈ ਸੀ, ਮੈਨੂੰ ਤਾਂ ਗਿਆਨ ਹੋ ਗਿਆ ਹੈ, ਹੁਣ ਮੈਂ ਕਿਉਂ ਅਜਿਹਾ ਕਰਾਂਗਾ? ਨਹੀਂ, ਇਹ ਹੋਣੀ ਹੁੰਦੀ ਤਾਂ ਗੁਰਬਾਣੀ ਚਿੰਤਾ ਤਾਂ ਕੀ ਕੀਜੀਏ ਜੋ ਅਣਹੋਣੀ ਹੋਏ। ਅਣਹੋਣੀ ਤੇ ਹੋਣੀ ਨਹੀਂ, ਜੋ ਹੋਣੀ ਹੈ ਉਹੀ ਹੋਣਾ। ਅਣਹੋਣਾ ਕੁਛ ਨਹੀਂ ਹੁੰਦਾ, ਉਹ ਹੋਣਾ ਹੁੰਦਾ ਜੋ ਹੋ ਕੇ ਰਹਿੰਦਾ, ਉਹ ਹੋ ਕੇ ਰਹਿੰਦਾ। ਸੋ ਸਿਰਫ ਅਸੀਂ ਕੀ ਕਰ ਸਕਦੇ ਹਾਂ ਵੱਧ ਤੋਂ ਵੱਧ
ਗੁਰੂ ਮਹਾਰਾਜ ਦੀ ਕਿਰਪਾ ਨਾਲ ਪਾਠ ਕਰ ਕਰਕੇ, ਸਿਮਰਨ ਕਰ ਕਰਕੇ ਉਸ ਜਿਹੜੀ ਹੋਣੀ ਹੈ ਉਹਦੇ ਪ੍ਰਭਾਵ ਨੂੰ ਘਟਾ ਸਕਦੇ ਹਾਂ। ਜੇ ਮੰਨ ਲਓ ਕਿਸੇ ਬੰਦੇ ਨੂੰ 20 ਸਾਲ ਸਜ਼ਾ ਹੋਣੀ ਹੋਵੇ ਤੇ ਉਹਦੀ ਸਿਰਫ 2 ਸਾਲ ਸਜ਼ਾ ਸੁਪਰੀਮ ਕੋਰਟ ਰਹਿਣ ਦੇ, ਬਾਕੀ 18 ਸਾਲ ਮਾਫ ਕਰ ਦੇ ਤਾਂ ਬੜਾ ਸੁੱਖ ਦੇ ਨਾ, ਵੀ ਸ਼ੁਕਰ ਹੈ। ਇਸ ਤਰ੍ਹਾਂ ਫਿਰ ਜਦੋਂ ਆਪਾਂ ਗੁਰੂ ਦੇ ਦਰ 'ਤੇ ਆਉਂਦੇ, ਫਿਰ ਗੁਰੂ ਮਹਾਰਾਜ ਆਪਾਂ ਨੂੰ ਕੋਈ ਨਾਮ ਬਾਣੀ ਦੇ ਦਿੰਦੇ ਨੇ, ਫਿਰ ਆਪਾਂ ਜਪਦੇ ਰਹਿੰਦੇ ਹਾਂ। ਫਿਰ ਉਹ ਹੋਣੀ ਜਿਹੜੀ ਹੈ ਹੁੰਦੀ ਤਾਂ ਹੈ, ਉਹ ਘਟਨਾ ਤੇ ਵਾਪਰਦੀ ਹੈ, ਪਰ ਉਹਦਾ ਜਿਹੜਾ ਅਸਰ ਹੈ ਉਹ ਘਟ ਜਾਂਦਾ। ਮੈਂ ਆਪ ਤਜਰਬਾ ਕਰਕੇ ਵੇਖਿਆ। ਆ ਸਰਦਾਰ ਸੰਪੂਰਨ ਸਿੰਘ ਦਾ ਲੜਕਾ ਗਗਨ ਜਿਹਨੂੰ ਕਹਿੰਦੇ, ਜਿਹੜਾ ਅੱਜ ਕੱਲ੍ਹ ਬੈਂਕ 'ਚ ਲੱਗਾ ਹੋਇਆ ਲੰਮੀ ਸਰਕਾਰ, ਇਹਨੂੰ ਕਿਤੇ ਜੋਤਸ਼ੀ ਨੇ ਕਹਿਤਾ ਬਈ ਫਲਾਣੀ ਤਰੀਕ ਨੂੰ ਤੇਰੇ ਦੋਨੋਂ ਗੋਡੇ ਟੁੱਟ ਜਾਣੇ ਹਨ। ਤਾਂ ਮੇਰੇ ਕੋਲ ਆ ਗਿਆ, ਮੈਂ ਹੁਕਮਨਾਮਾ ਲਿਆ, ਮੈਂ ਹਾਂ ਟੁੱਟ ਜਾਣੇ ਨੇ। ਕੁਛ ਵੀ ਹੈਗਾ, ਹਾਂ ਟੁੱਟਣਗੇ। ਕਹਿੰਦੀ ਕੁਛ ਕਰੋ। ਮੈਂ ਗੁਰੂ ਮਹਾਰਾਜ ਪੁੱਛਿਆ ਵੀ ਕੀ ਹਾਲ ਹੋ ਸਾ? ਉਹਨਾਂ ਪਾਠ ਦਿੱਤਾ। ਮੈਂ ਭਾਈ ਆ ਪਾਠ ਕਰ। ਚਲੋ ਪਾਠ ਕਰੀ ਗਿਆ। ਜਿਵੇਂ ਅਗਲਾ ਦਿਨ ਉਹ ਆਉਣਾ ਸੀ, ਹੁਣ ਬੈਂਕ 'ਚ ਲੱਗਾ ਸੀ। ਬੈਂਕ ਵਾਲੇ ਕੀ ਕਰਦੇ ਨੇ, ਕਰਮਚਾਰੀ ਨੂੰ ਮੋਬਾਈਲ ਦਿੰਦੇ ਨੇ ਕਿ ਤੁਸੀਂ ਇਹਨੂੰ 24 ਘੰਟੇ ਔਨ ਰੱਖਣਾ, ਬੰਦ ਨਹੀਂ ਕਰਨਾ, ਅਸੀਂ ਕਿਸੇ ਵੇਲੇ ਤੁਹਾਨੂੰ ਸੱਦ ਸਕਦੇ ਹਾਂ। ਮੋਬਾਈਲ 'ਤੇ ਆਉਣ ਹੈ। ਪਰ ਕਹਿੰਦਾ ਮੈਂ ਸੋਚਿਆ ਵੀ ਕੱਲ੍ਹ ਦੀ ਛੁੱਟੀ ਲੈ ਲੈਣੀ, ਛੁੱਟੀ ਲੈ ਕੇ ਘਰ ਹੀ ਰਹੂੰਗਾ, ਬਾਜ਼ਾਰ ਵੀ ਨਹੀਂ ਜਾਂਦਾ। ਵੱਧ ਤੋਂ ਵੱਧ ਗੁਸਲਖਾਨੇ ਤੱਕ ਜਾਂਦਿਆਂ ਹੀ ਡਿੱਗਣ ਦਾ ਖਤਰਾ ਨਾ, ਉਹ ਹੱਥ ਪਾ ਕੇ ਕੰਧ ਨੂੰ ਗੁਸਲਖਾਨੇ ਤੱਕ ਜਾਵਾਂਗਾ, ਨਹੀਂ ਤੇ ਪਿਆ ਰਹਾਂਗਾ। ਕਹਿੰਦਾ ਮੈਂ ਆਪਾਂ ਮੰਜੀ 'ਤੇ ਲੇਟ ਗਿਆ ਜੀ। 10 ਵਜੇ ਨੇ ਤੇ ਟੈਲੀਫੋਨ ਆ ਗਿਆ ਬਈ ਜਿਹੜਾ ਚੰਡੀਗੜ੍ਹ ਤੋਂ ਜਿਹੜਾ ਡਾਇਰੈਕਟਰ ਹੁੰਦਾ, ਵੱਡਾ ਅਫਸਰ ਹੁੰਦਾ ਬੈਂਕਾਂ ਦਾ, ਵੀ ਉਹ ਵਿਜ਼ਿਟ ਕਰਨ ਆ ਰਿਹਾ ਅਤੇ ਫਟਾਫਟ ਬੈਂਕ ਪਹੁੰਚੇ। ਕਹਿੰਦਾ ਮੈਂ ਕਹਿ ਲਵੇ ਅੱਜ ਤਾਂ ਟੁੱਟਣਗੇ। ਇਹਦੇ ਤਾਂ ਅੱਜ ਤਾਂ ਟੁੱਟਣੇ। ਕਹਿੰਦਾ ਚਲੋ ਮੇਰਾ ਕੱਦ ਲੰਮਾ ਸੀ, ਲੱਤਾਂ ਲੰਮੀਆਂ ਸੀ, ਮੈਂ ਸਕੂਟਰ 'ਤੇ ਬਹਿ ਗਿਆ ਵੀ ਹੌਲੀ ਕਰਕੇ ਲਈ ਜਾਵਾਂਗਾ, ਜਿੱਥੇ ਲੋੜ ਪਈ ਲੱਤਾਂ ਲਾ ਲਾਂਗਾ ਧਰਤੀ 'ਤੇ। ਚਲੋ ਕਹਿੰਦਾ ਮੇਰੇ ਅੱਗੇ 3 ਵੀਲਰ ਜਾ ਰਿਹਾ ਸੀ, ਮੈਂ ਉਹਦੇ ਮਗਰ ਲਾ ਲਿਆ ਵੀ ਆਰਾਮ ਨਾਲ, ਮੈਂ ਵੀ ਮਗਰ ਮੈਂ ਹੌਲੀ ਤੁਰਿਆ ਜਾਂਦਾ। ਕਹਿੰਦਾ 3 ਵੀਲਰ ਦੇ ਅੱਗੇ ਅਚਾਨਕ ਕੁੱਤਾ ਆ ਗਿਆ। 3 ਵੀਲਰ ਨੇ ਬ੍ਰੇਕਾਂ ਲਾਤੀਆਂ। ਜਦ ਬ੍ਰੇਕਾਂ ਲਾਏ ਮੈਂ ਉਹਦੇ ਵਿੱਚ ਜਾ ਵੱਜਿਆ, ਵਿੱਚ ਮੇਰਾ ਮੋਟਰਸਾਈਕਲ ਜਾ ਵੱਜਿਆ। ਮੈਂ ਸੜਕ ਦੇ ਉੱਤੇ ਡਿੱਗ ਪਿਆ। ਦੋਨੋਂ ਗੋਡਿਆਂ ਦੇ ਭਾਰ ਮੈਂ ਡਿੱਗਿਆ, ਪਰ ਮੇਰੇ ਗੋਡੇ ਟੁੱਟੇ ਨਹੀਂ, ਉਂਝ ਝਰੀਟਾਂ ਆ ਗਈਆਂ। ਉੱਤੋਂ ਪੈਂਟ ਵੀ ਫਟ ਗਈ ਮੇਰੇ ਗੋਡਿਆਂ ਕੋਲੋਂ, ਝਰੀਟਾਂ ਆ ਗਿਆ, ਪਰ ਗੋਡੇ ਟੁੱਟੇ ਨਹੀਂ। ਉਹ ਇਸ ਕਰਕੇ ਉਹ ਪਾਠ ਕਰਦਾ ਰਿਹਾ। ਘਟਨਾ ਨਹੀਂ ਟਲੀ, ਘਟਨਾ ਵਾਪਰੀ, ਹੋਣੀ ਹੋਈ, ਪਰ ਉਹਦਾ ਪ੍ਰਭਾਵ ਘਟ ਗਿਆ ਹੈ। ਅਸੀਂ ਹੋਣੀ ਨੂੰ ਨਹੀਂ ਟਾਲ ਸਕਦੇ, ਉਹਦੇ ਅਸਰ ਨੂੰ ਘਟਾ ਸਕਦੇ ਹਾਂ। ਤਾਂ ਆਪਾਂ ਨੇ ਭਜਨ ਬੰਦਗੀ ਕਰਦੇ ਰਹਿਣਾ। ਪਤਾ ਨਹੀਂ ਸਾਡੀ ਜ਼ਿੰਦਗੀ ਕੀ ਵਾਪਰਨਾ, ਕੀ ਮਾੜਾ ਵਾਪਰਨਾ। ਚਲੋ ਘੱਟ ਤੋਂ ਘੱਟ ਅਸੀਂ ਉਹਨੂੰ ਘਟਾ ਤਾਂ ਲਈਏ, ਜੇ ਪੂਰਾ ਖਤਮ ਨਹੀਂ ਕਰ ਸਕਦੇ। ਸੋ ਤਾਂ ਗੁਰੂ ਮਹਾਰਾਜ ਕਹਿੰਦੇ ਸਾਗਰੰ ਸੰਸਾਰਸ ਗੁਰ ਪ੍ਰਸਾਦੀ ਤਰ੍ਹਾਂ ਕੇ। ਇਹ ਸੰਸਾਰ ਸਮੁੰਦਰ ਦੀ ਨਿਆਈ ਹੈ। ਜਿਵੇਂ ਸਮੁੰਦਰ ਨੂੰ ਤਰਨਾ ਔਖਾ ਹੁੰਦਾ ਕਿ ਸਮੁੰਦਰ ਤੋਂ ਪਾਰ ਲੰਘਣ ਲਈ ਜਾਂ ਤਾਂ ਵੱਡੀ ਸਾਰੀ ਕੋਈ ਕਿਸ਼ਤੀ ਚਾਹੀਦੀ ਹੈ, ਜਾਂ ਕੋਈ ਸਮੁੰਦਰੀ ਜਹਾਜ਼ ਚਾਹੀਦਾ ਹੈ। ਤਰ ਕੇ ਪਾਰ ਹੋਣਾ ਅਸੰਭਵ ਹੈ, ਬਹੁਤ ਮੁਸ਼ਕਿਲ ਹੈ। ਇਹ ਸੰਸਾਰ ਵੀ ਕਹਿੰਦੇ ਇੱਕ ਸਾਗਰ ਦੀ ਨਿਆਈ ਹੈ। ਸੰਸਾਰ ਸਾਗਰ 'ਚ ਕੀ ਹੈ? ਇੱਕ ਤਾਂ ਦੂਜਾ ਸਾਗਰ ਹੈ ਪਾਣੀ ਵਾਲਾ। ਸੰਸਾਰ ਸਾਗਰ 'ਚ ਨੇ ਬੁਰਾਈਆਂ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਭਾਂਤ ਦੀਆਂ ਬੁਰਾਈਆਂ ਨੇ। ਇਹਨਾਂ ਬੁਰਾਈਆਂ ਤੋਂ ਬਚ ਕੇ ਜੀਵਨ ਜਿਉਣ ਨੂੰ ਕਹਿੰਦੇ ਨੇ ਸੰਸਾਰ ਸਾਗਰ ਤਰਨਾ। ਅਤੇ ਉਹ ਕੌਣ ਤਰ ਸਕਦਾ? ਗੁਰ ਪ੍ਰਸਾਦੀ ਤਰ੍ਹਾਂ ਕੇ। ਕਈ ਜਿਹੜੇ ਨੇ ਗੁਰੂ ਦੀ ਕਿਰਪਾ ਨਾਲ ਇਹ ਸੰਸਾਰ ਸਾਗਰ ਨੂੰ ਤਰ ਜਾਂਦੇ ਨੇ, ਪਾਪ ਬੁਰਾਈਆਂ ਤੋਂ ਬਚ ਜਾਂਦੇ ਹਨ। ਕਰਨ ਕਾਰਨ ਸਮਰੱਥ ਹੈ, ਕਹ ਨਾਨਕ ਵਿਚਾਰ। ਕਰਨ ਕਾਰਨ ਪਰਮਾਤਮਾ ਸਭ ਕੁਛ ਕਰਨ ਅਤੇ ਸਭ ਕੁਛ ਕਰਾਉਣ ਦੇ ਸਮਰੱਥ ਹੈ। ਪਰਮਾਤਮਾ ਜੋ ਚਾਹੇ ਕਰ ਸਕਦਾ ਹੈ, ਜੋ ਚਾਹੇ ਕਿਸੇ ਤੋਂ ਕਰਵਾ ਸਕਦਾ ਹੈ, ਸਮਰੱਥ ਹੁੰਦੇ ਨੇ। ਜਿਵੇਂ 8ਵੇਂ ਪਾਤਸ਼ਾਹ ਨੇ, ਕੁੱਲ 7 ਸਾਲ ਦੀ ਉਮਰ ਹੈ,
ਪੰਜੋਖੜੇ ਪਹੁੰਚੇ ਨੇ। ਉੱਥੇ ਲਾਲ ਚੰਦ ਜਿਹੜਾ ਬ੍ਰਾਹਮਣ ਹੈ, ਵਿਦਵਾਨ, ਉਹਨੂੰ ਪਤਾ ਲੱਗਾ ਸਿੱਖਾਂ ਦਾ ਗੁਰੂ ਆਇਆ ਹੈ। ਉਹ ਕਹਿੰਦੇ ਤਾਂ ਜਵਾਕ ਜਿਹਾ, ਇਹਨੂੰ ਕੀ ਗਿਆਨ ਹੋਣਾ? ਇਹਨੇ ਕਿਹੜੇ ਧਾਰਮਿਕ ਗ੍ਰੰਥ ਪੜ੍ਹੇ ਹੋਣਗੇ ਹੈ? ਇਹਨੇ ਕਿਹੜੇ ਵੇਦ ਪੜ੍ਹੇ ਹੋਣਗੇ ਹੈ? ਇਹਨੂੰ ਕਹਿੰਦੇ ਗੁਰੂ ਹੈ ਜੀ ਸਾਡਾ ਇਹ। ਇਹਨਾਂ ਨੂੰ ਕੀ ਗਿਆਨ ਹੈ? ਉਹ ਸਿੱਖਾਂ ਨੂੰ ਕਹੇ। ਸਿੱਖਾਂ ਨੇ ਆ ਕੇ ਗੁਰੂ ਮਹਾਰਾਜ ਨੂੰ ਕਿਹਾ ਵੀ ਮਹਾਰਾਜ ਜੀ ਵੀ ਐਂ ਪੰਡਤ ਉਹ ਕਹਿੰਦੇ ਕੋਈ ਨੂੰ ਸੱਦ ਲਿਓ। ਸਿੱਖ ਜਾ ਕੇ ਸੱਦ ਲਿਆ, ਤੇਰੇ ਗੁਰੂ ਮਹਾਰਾਜ ਸੱਦਦੇ ਨੇ। ਸ਼੍ਰੀ ਹਰਿਕ੍ਰਿਸ਼ਨ ਜੀ ਮਹਾਰਾਜ ਆ ਗਿਆ। ਹਾਂ ਪੰਡਤ ਜੀ ਬੋਲੋ, ਤੁਹਾਨੂੰ ਕੀ ਸ਼ੰਕਾ ਹੈ? ਕਹੇ ਜੀ ਮੈਨੂੰ ਇਹ ਸ਼ੰਕਾ ਹੈ ਵੀ ਤੁਸੀਂ 7 ਕੁ ਸਾਲ ਦੇ ਲੱਗਦੇ ਹੋ, ਇਸ ਤੁਹਾਡੇ ਸਿੱਖ ਤੁਹਾਨੂੰ ਗੁਰੂ ਕਹਿੰਦੇ ਨੇ, ਅਤੇ ਗੁਰੂ ਤਾਂ ਉਹ ਹੁੰਦਾ ਜਿਹੜਾ ਗਿਆਨਵਾਨ ਹੋਵੇ। ਅਤੇ ਤੁਸੀਂ 7 ਸਾਲ ਦੀ ਉਮਰ 'ਚ ਕਿਹੜੇ ਗ੍ਰੰਥ ਪੜ੍ਹੇ ਹੋਣਗੇ, ਕਿਹੜੇ ਤੁਸੀਂ ਵੇਦ ਪੜ੍ਹੇ ਹੋਣਗੇ ਵੀ ਤੁਹਾਨੂੰ ਗਿਆਨ ਹੋ ਗਿਆ ਹੈ? ਗੁਰੂ ਮਹਾਰਾਜ ਕਹਿੰਦੇ ਤੂੰ ਬੋਲ, ਪੁੱਛਣਾ ਕੀ ਹੈ? ਕਹਿੰਦੇ ਮੈਂ ਤਾਂ ਮੰਨਾਂਗਾ, ਮੈਂ ਸੰਸਕ੍ਰਿਤ ਦੇ ਗੀਤਾ ਦੇ ਸ਼ਲੋਕ ਬੋਲਾਂਗਾ, ਤੁਸੀਂ ਉਹਦੇ ਅਰਥ ਕਰਿਓ, ਫਿਰ ਮੈਂ ਮੰਨਾਂਗਾ। ਉਹ ਕਹਿੰਦੇ ਦੇਖ, ਜੇ ਅਸੀਂ ਅਰਥ ਕਰਤੇ ਨਾ, ਤੂੰ ਕਹੇਗਾ ਵੀ ਇਹ ਗੁਰੂਆਂ ਦੇ ਬੱਚੇ ਸਨ, ਘਰ ਟੀਚਰ ਰੱਖ ਕੇ ਪੜ੍ਹਾਤਾ ਹੋਣਾ। ਤੂੰ ਕੋਈ ਅਨਪੜ੍ਹ ਲੈ ਪਿੰਡ ਦਾ, ਪੰਜੋਖੜੇ ਦਾ, ਤੂੰ ਕੋਈ ਅਨਪੜ੍ਹ ਬੰਦਾ ਸੱਦ ਰਿਹਾ, ਅਸੀਂ ਉਸੇ 'ਤੇ ਕਰਾ ਦਾਂਗੇ। ਲੈ ਕਹਿੰਦੇ ਅਨਪੜ੍ਹ ਕਿਵੇਂ ਕਰ ਦੇਗਾ? ਕਿ ਤੂੰ ਲੈ ਕੇ ਤਾਂ ਉਹ ਛੱਜੂ 'ਚ ਹੋਰ ਅਸੀਂ ਉੱਥੇ ਉਹਨੂੰ ਲੈ। ਚਲੋ ਜੀ ਆਇਆ ਉਹ ਗੁਰੂ ਮਹਾਰਾਜ। ਕਹਿੰਦੇ ਵੀ ਇਹ ਛੱਪੜੀ ਸੀ ਉੱਥੇ, ਅੱਜ ਕੱਲ੍ਹ ਸਰੋਵਰ ਹੈ ਨਾ, ਛੱਪੜੀ ਸੀ। ਕਹਿੰਦੇ ਭਾਈ ਤੂੰ ਇਹ ਨਾ 5 ਇਸ਼ਨਾਨਾ ਕਰ ਲੈ। ਮੈਨੂੰ 5 ਇਸ਼ਨਾਨਾ ਕਰ ਲਿਆ, ਚੌਂਕੀ 'ਤੇ ਬਿਠਾ ਲਿਆ। ਪੰਡਿਤ ਨੂੰ ਕਹਿੰਦੇ ਗੁਰੂ ਮਹਾਰਾਜ ਆਪਣੀ ਸੋਟੀ ਨਾ ਉਹਦੇ ਝੋਰ ਦੇ ਸਿਰ 'ਤੇ ਰੱਖਦੇ। ਹੁਣ ਤਾਂ ਬ੍ਰਹਮ ਗਿਆਨ ਹੋ ਗਿਆ ਹੈ। ਕਹਿੰਦੇ ਪੰਡਿਤ ਜੀ ਬੋਲੋ। ਪੰਡਿਤ ਜੀ ਸੰਸਕ੍ਰਿਤ ਦੇ ਸ਼ਲੋਕ ਬੋਲਦੇ ਨੇ। ਉਹ ਛੱਜੂ ਝੋਰ ਵਿਦਵਾਨਾਂ ਦੀ ਤਰ੍ਹਾਂ ਅਰਥ ਕਰ ਰਿਹਾ ਹੈ। ਪੰਡਿਤ ਹੱਕਾ ਬੱਕਾ ਰਹਿ ਗਿਆ। 5-7 ਥਾਵਾਂ ਤੋਂ ਪੁੱਛਿਆ ਉਹਨੇ ਗੀਤਾ 'ਚੋਂ, ਉਹਨੇ ਤਾਂ ਬਹੁਤ ਵਧੀਆ ਅਰਥ ਕੀਤੇ, ਪੈਰੀ ਪੈ ਗਏ। ਕਹਿੰਦੇ ਜਿਹੜਾ ਬੰਦਾ ਇੱਕ ਅਨਪੜ੍ਹ ਤੋਂ ਕਰਵਾ ਸਕਦਾ ਅਰਥ, ਉਹ ਆਪ ਪਤਾ ਨਹੀਂ ਕੀ ਚੀਜ਼ ਹੋਏਗਾ। ਇਸ ਲਈ ਪਰਮਾਤਮਾ ਕਰਨ ਕਰਾਉਣ ਦੇ ਸਮਰੱਥ ਹੈ। ਪਰਮਾਤਮਾ ਜੋ ਚਾਹੇ ਕਰ ਸਕਦਾ, ਜੋ ਚਾਹੇ ਕਿਸੇ ਤੋਂ ਕਰਵਾ ਸਕਦਾ। ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸਵਾ। ਪਰਮਾਤਮਾ ਤੇ ਇੱਕ ਨਿਮਾਣੇ ਨਿਤਾਵੇਂ ਨੂੰ ਰਾਜਾ ਬਣਾ ਸਕਦਾ, ਅਤੇ ਰਾਜਿਆਂ ਨੂੰ ਜਿਹੜਾ ਹੈ ਹਰਾ ਸਕਦਾ, ਉਹਦੀ ਮਰਜ਼ੀ ਹੈ ਉਸਦੀ। ਇਸ ਲਈ ਕਹਿੰਦੇ ਕਰਨ ਕਾਰਨ ਸਮਰੱਥ ਹੈ, ਕਹੋ ਨਾਨਕ ਵਿਚਾਰ। ਹੇ ਭਾਈ ਵਿਚਾਰ ਕੇ ਵੇਖ ਲਓ ਕਿ ਪਰਮਾਤਮਾ ਕਰਨ ਕਰਾਉਣ ਦੇ ਸਮਰੱਥ ਹੈ। ਕਾਰਨ ਕਰਤੇ ਵਸ ਹੈ, ਜਿਨ ਕਲ ਰੱਖੀ ਧਾਰ। ਕਾਰਨ ਹੁੰਦਾ ਸ੍ਰਿਸ਼ਟੀ। ਇਹ ਸਾਰਾ ਸੰਸਾਰ ਪਰਮਾਤਮਾ ਦੇ ਵਸ ਵਿੱਚ ਹੈ। ਉਹਨੇ ਕਲ ਦੀ ਸ਼ਕਤੀ, ਜਿਨ ਕਲ ਰੱਖੀ ਧਾਰ, ਜਿਸ ਨੇ ਆਪਣੀ ਸ਼ਕਤੀ ਵਰਤਾ ਕੇ ਇਸ ਸ੍ਰਿਸ਼ਟੀ ਨੂੰ ਟਿਕਾਇਆ ਹੋਇਆ ਹੈ। ਧਰਤੀ ਕਿਸੇ ਚੀਜ਼ 'ਤੇ ਟਿਕੀ ਹੋਈ ਨਹੀਂ ਹੈਗੀ, ਇਹ ਤਾਂ ਆਕਾਸ਼ ਦੇ ਵਿੱਚ ਲਟਕ ਰਹੀ ਹੈ। ਇਹ ਕਿਸੇ ਇਹਦੇ ਹੇਠਾਂ ਖਾਲੀ ਹੋਈ ਹੈ। ਇਹ ਨਹੀਂ ਕਿ ਧਰਤੀ ਦੇ ਹੇਠਾਂ ਕੋਈ ਚੀਜ਼ ਹੈ ਵੀ ਜਿਹਦੇ ਆਸਰੇ ਖੜੀ ਹੈ ਨਾ, ਸਭ ਪਰਮਾਤਮਾ ਦੇ ਆਸਰੇ ਖੜੇ ਹੋਏ ਨੇ। ਪਰਮਾਤਮਾ ਬੜਾ ਵੱਡਾ ਸਾਇੰਸਦਾਨ ਹੈ। ਸਾਇੰਸ ਇਹ ਕਹਿੰਦੀ ਕਿ ਜਿਹੜੀ ਚੀਜ਼ ਘੁੰਮ ਰਹੀ ਹੈ ਉਹ ਡਿੱਗਦੀ ਨਹੀਂ, ਖੜੀ ਹੋਈ ਚੀਜ਼ ਡਿੱਗ ਪਏਗੀ। ਜਿਹੜੀ ਚੀਜ਼ ਘੁੰਮ ਰਹੀ ਹੈ ਉਹ ਡਿੱਗਦੀ ਨਹੀਂ। 7ਵੀਂ ਸਾਡੇ ਸਾਇੰਸ ਟੀਚਰ ਨੇ ਸਾਨੂੰ ਪੜ੍ਹਾਇਆ ਵੀ ਧਰਤੀ ਆਕਾਸ਼ 'ਚ ਖੜੀ ਹੈ, ਇਹ ਡਿੱਗ ਕਿਉਂ ਨਹੀਂ ਰਹੀ? ਉਹ ਕਹਿੰਦੇ ਧਰਤੀ ਘੁੰਮ ਰਹੀ ਹੈ। ਮੈਨੂੰ ਕਹਿੰਦੇ ਮੈਂ ਮਨੀਟਰ, ਮੈਨੂੰ ਕਹਿੰਦੇ ਬਾਲਟੀ ਲੈ ਕੇ ਸਾਇੰਸ ਰੂਮ 'ਚੋਂ ਲੈ। ਮੈਨੂੰ ਕਹਿੰਦਾ ਨਲਕੇ 'ਚ ਨਾ ਕਿਲੋ ਇਹ 'ਚ ਉਦੋਂ ਸੇਰ ਹੁੰਦੇ ਸਨ, ਸੇਰ ਇੱਕ ਪਾਣੀ ਪਾ ਕੇ ਲਿਆ ਬਾਲਟੀ। ਮੈਂ ਲਾਇਆ, ਟੀਚਰ ਖੜ੍ਹਾ ਹੋ ਗਏ ਨੇ, ਬਾਲਟੀ ਹੱਥ 'ਚ ਫੜੀ ਹੈ, ਇਹ ਐਂ ਨਹੀਂ ਘੁਮਾ ਰਿਹਾ, ਐਂ ਘੁਮਾ ਰਿਹਾ, ਪੁੱਠੀ ਕਰ ਰਿਹਾ ਉਸ ਨੂੰ। ਇੱਕ ਤੁਬਕਾ ਨਹੀਂ ਪਾਣੀ ਵਿੱਚੋਂ ਡਿੱਗ ਰਿਹਾ। ਕਹਿੰਦਾ ਦੇਖੋ ਵਿੱਚ ਪਾਣੀ ਹੈ। ਜਦੋਂ ਉਹਨੇ ਰੋਕ ਕੇ ਪੁੱਠੀ ਕੀਤੀ, ਸਾਰਾ ਪਾਣੀ ਹੇਠ ਡਿੱਗ ਪਿਆ। ਕਹਿੰਦੇ ਹੁਣ ਬਾਲਟੀ ਰੁਕ ਗਈ ਹੈ ਨਾ, ਸਾਰਾ ਪਾਣੀ ਡਿੱਗ ਪਿਆ। ਜਦੋਂ ਇਹ ਘੁੰਮ ਰਹੀ ਸੀ, ਇੱਕ ਤੁਬਕਾ ਨਹੀਂ ਸੀ ਡਿੱਗਿਆ। ਇਹ ਧਰਤੀ ਕੀ, ਸੂਰਜ ਕੀ, ਚੰਨ ਕੀ, ਤਾਰੇ ਕੀ, ਸੰਸਾਰ ਦੀ ਹਰ ਇੱਕ ਚੀਜ਼ ਘੁੰਮ ਰਹੀ ਹੈ।
ਇਸ ਲਈ ਡਿੱਗ ਨਹੀਂ ਰਹੀ, ਕਿਸੇ ਆਸਰੇ ਕੋਈ ਨਹੀਂ, ਇਹ ਸਭ ਪਰਮਾਤਮਾ ਦੇ ਆਸਰੇ ਹੈ। ਸੋ ਇਸ ਲਈ ਕਹਿੰਦੇ ਪਰਮਾਤਮਾ ਨੇ ਸ੍ਰਿਸ਼ਟੀ ਬਣਾਈ ਹੈ, ਕਾਰਨ ਕਰਤੇ ਵਸ ਜਿਨ ਕਲ ਰੱਖੀ ਤਾਰ। ਇਹ ਸ੍ਰਿਸ਼ਟੀ ਪਰਮਾਤਮਾ ਦੇ ਵਸ ਵਿੱਚ ਹੈ, ਉਹਨੇ ਆਪਣੀ ਸ਼ਕਤੀ ਵਰਤਾ ਕੇ ਇਸ ਨੂੰ ਟਿਕਾਇਆ ਹੋਇਆ ਹੈ। ਪੌੜੀ ਖਸਮੇ ਕੈ ਦਰਬਾਰ ਢਾਡੀ ਵਸਿਆ, ਸੱਚਾ ਖਸਮ ਕਲਾਣ ਕਮਲ ਵਿਕਸਿਆ। ਖਸਮੋਂ ਆਹੇ ਤੇ ਟਿੱਪੀ ਲਾਣੀ, ਜਦੋਂ ਅਰਥ ਨਾ ਤੂੰ ਖਸਮ ਤੂੰ, ਉਦੋਂ ਫਿਰ ਉੱਤੇ ਟਿੱਪੀ ਲਾ ਕੇ ਪੜ੍ਹਨਾ। ਖਸਮੋਂ ਪੂਰਾ ਪਾਏ ਮਨੂ, ਆਹੇ ਤੇ ਟਿੱਪੀ ਮਨ ਤੂੰ। ਮਨੋ ਰਹਸਿਆ ਦੁਸ਼ਮਨ ਕੱਢੇ ਮਾਰ, ਸੱਜਣ ਸਰਸਿਆ। ਸੱਚਾ ਸਤਿਗੁਰ ਸੇਵਨ ਸੱਚਾ ਮਾਰਗ ਦੱਸਿਆ। ਸੱਚਾ ਸ਼ਬਦ ਵਿਚਾਰ ਕਾਲ ਵਿਧੌਸਿਆ। ਇਹਨੂੰ ਪੜ੍ਹਨਾ ਵਿਧੌਸਿਆ। ਢਾਡੀ ਕਥੇ ਅਕਥ ਸ਼ਬਦ ਸਵਾਰਿਆ। ਨਾਨਕ ਗੁਣ ਗਹਿ ਰਾਸ ਹਰ ਜੀਉ ਮਿਲੇ ਪਿਆਰਿਆ। ਕਹਿੰਦੇ ਖਸਮੈ ਕੈ ਦਰਬਾਰ ਢਾਡੀ ਵਸਿਆ। ਢਾਡੀ ਅੰਦਰ ਜਿਹੜਾ ਪਰਮਾਤਮਾ ਦੀ ਸਿਫਤ ਸਲਾਹ ਗਾਉਂਦਾ ਹੈ, ਜਿਹਨੂੰ ਆਪਾਂ ਕੀਰਤਨੀਏ ਕਹਿੰਦੇ। ਢਾਡੀ ਵਾਰਾਂ ਵੀ ਗਾਉਂਦੇ ਨੇ, ਬਹਾਦਰਮਾਂ ਸੂਰਮਿਆਂ ਦੀਆਂ ਵਾਰਾਂ ਗਾਉਂਦੇ ਨੇ। ਇੱਥੇ ਢਾਡੀ ਉਸ ਨੂੰ ਕਿ ਜਿਹੜਾ ਪਰਮਾਤਮਾ ਦੀ ਸਿਫਤ ਸਲਾਹ ਕਰਦਾ ਹੈ। ਜਿਹੜਾ ਪਰਮਾਤਮਾ ਦੀ ਸਿਫਤ ਸਲਾਹ ਕਰਦਾ, ਖਸਮੈ ਕੈ ਦਰਬਾਰ ਵਸਿਆ, ਉਹ ਪਰਮਾਤਮਾ ਦਰਬਾਰ 'ਚ ਜਾ ਕੇ ਰਹਿਣ ਲੱਗ ਜਾਂਦਾ। ਉਹ ਪਰਮਾਤਮਾ ਦੇ ਦਰਬਾਰ 'ਚ ਪਹੁੰਚ ਜਾਂਦਾ ਹੈ, ਕਿਉਂਕਿ ਪਰਮਾਤਮਾ ਨਾਮ ਜਪਣ ਵਾਲੇ ਨੂੰ ਹੀ ਪਸੰਦ ਕਰਦਾ ਹੈ। ਉਂਝ ਤਾਂ ਸਾਡਾ ਵੀ ਇਹੀ ਸੁਭਾਅ ਹੈ, ਅਸੀਂ ਉਸ ਨੂੰ ਪਸੰਦ ਕਰਦੇ ਹਾਂ ਜੋ ਸਾਡੇ ਵਾਂਗੂ ਕਰਦਾ। ਜਿਹੜਾ ਸਾਡੇ ਵਾਂਗੂ ਨਹੀਂ ਕਰਦਾ ਉਹਨੂੰ ਅਸੀਂ ਪਸੰਦ ਨਹੀਂ ਕਰਦੇ, ਭਾਵੇਂ ਚੰਗੇ ਹੀ ਕਰ ਰਿਹਾ। ਮੈਂ ਪੀਂਦਾ ਨਹੀਂ, ਇਸ ਲਈ ਮੈਨੂੰ ਨਾ ਪੀਣ ਵਾਲੇ ਚੰਗੇ ਲੱਗਦੇ ਨੇ, ਪੀਣ ਵਾਲੇ ਚੰਗੇ ਨਹੀਂ ਲੱਗਦੇ। ਜੇ ਮੈਂ ਪੀਂਦਾ ਹੁੰਦਾ ਮੈਨੂੰ ਪੀਣ ਵਾਲੇ ਚੰਗੇ ਲੱਗਣੇ ਹੈ, ਔਰ ਨਾ ਪੀਣ ਵਾਲਾ ਅਸੀਂ ਕਹਿੰਦੇ ਕਿਆ ਘਾਹ ਖਾਣੇ ਜੇ ਇਕੱਠੇ ਹੋਏ ਖਾਓ ਪੀਓ ਐਸ਼ ਕਰੋ, ਇਹ ਮੁੜ ਮੁੜ ਕੇ ਜੀਵਨ ਥੋੜ੍ਹੇ ਮਿਲਣਾ। ਫਿਰ ਮੈਂ ਇਹ ਕਹਿਣਾ ਸੀ, ਮਨੁੱਖ ਦੀ ਇਹ ਫਿਤਰਤ ਹੈ ਕਿ ਉਹ ਚਾਹੁੰਦਾ ਦੂਜਾ ਮੇਰੇ ਵਰਗਾ ਹੋਵੇ। ਆਹ ਜਿੰਨੀਆਂ ਲੜਾਈਆਂ ਝਗੜੇ ਸੰਸਾਰ 'ਚ ਨੇ ਇਸ ਮੂਰਖਤਾ ਕਾਰਨ ਕਿ ਦੂਜਾ ਮੇਰੇ ਵਰਗਾ ਹੋਵੇ। ਜਿੰਨੇ ਰਾਜੇ ਨੇ ਜ਼ੁਲਮ ਕੀਤੇ, ਇੱਕ ਧਰਮ ਵਾਲੇ ਦੂਜੇ ਧਰਮ 'ਤੇ ਜ਼ੁਲਮ ਕੀਤੇ, ਸਿਰਫ ਇਸ ਲਈ ਕੀਤੇ ਕਿ ਇਹ ਸਾਡੇ ਵਰਗੇ ਹੋਣ, ਇਹ ਸਾਡੇ ਵਰਗੇ ਹੋਣ। ਰੰਗਜ਼ੇਨ ਇਸ ਲਈ ਜ਼ੁਲਮ ਕੀਤੇ ਕਿ ਮੈਂ ਮੁਸਲਮਾਨ, ਸਾਰੇ ਹਿੰਦੁਸਤਾਨ ਦੇ ਲੋਕ ਮੁਸਲਮਾਨ ਹੋਣ, ਇਸ ਲਈ ਜ਼ੁਲਮ ਹੋਏ। ਇਹ ਮਨੁੱਖ ਦੀ ਸਭ ਤੋਂ ਵੱਡੀ ਮੂਰਖਤਾ ਹੈ। ਉਹ ਕਹਿੰਦਾ ਦੂਜੇ ਮੇਰੇ ਵਰਗੇ ਹੋਣੇ ਚਾਹੀਦੇ। ਆਹ ਹਿਟਲਰ ਸੀ। ਹਿਟਲਰ ਜਿਹੜਾ ਹੈ ਈਸਾਈ ਸੀ। ਜਿਹੜੇ ਯਹੂਦੀ ਨੇ ਦੂਜੇ, ਈਸਾ ਮਸੀਹ ਵੇਲੇ ਯਹੂਦੀਆਂ ਨੇ ਈਸਾ ਮਸੀਹ ਦਾ ਕਤਲ ਕਰਤਾ। ਜਿਹੜਾ ਕਤਲ ਕੀਤਾ, ਜਿਵੇਂ ਪੰਚਮ ਪਾਤਸ਼ਾਹ ਨੂੰ ਕਤਲ ਕੇ ਜਿਹੜਾ ਜਹਾਂਗੀਰ ਮੁਸਲਮਾਨਾਂ ਨੇ ਕੀਤਾ, ਨਵੇਂ ਪਾਤਸ਼ਾਹ ਮੁਸਲਮਾਨਾਂ ਨੇ ਕੀਤਾ। ਜੋ ਸਿਆਣਾ ਹੁੰਦਾ ਵੀ ਕਿੱਥੇ 2000 ਸਾਲ ਬੀਤ ਗਏ, ਜਿਨ੍ਹਾਂ ਯਹੂਦੀਆਂ ਨੇ ਕਤਲ ਕੀਤਾ ਈਸਾਈ ਨੂੰ, ਉਹ ਤਾਂ ਹੁਣ ਰਹੇ ਹੀ ਨਹੀਂ। ਅੱਜ ਦੇ ਯਹੂਦੀਆਂ ਦਾ ਕੀ ਕਸੂਰ ਹੈ ਨਾ। ਤੁਸੀਂ ਹੈਰਾਨ ਹੋਵੋਗੇ, ਹਿਟਲਰ ਜਰਮਨੀ ਦਾ ਰਾਜਾ ਹੋਇਆ ਹੈ, ਉਹਨੇ 30 ਲੱਖ ਯਹੂਦੀ ਮਾਰਤੇ ਸੀ ਵੀ ਹਾਂ ਇਹਨਾਂ ਨੇ ਈਸਾ ਮਸੀਹ ਨੂੰ ਮਾਰਿਆ। ਦੱਸੋ ਇਹ ਜ਼ੁਲਮ ਨਹੀਂ ਤੇ ਹੋਰ ਕੀ ਹੈ। ਮੰਨ ਲਓ ਸਿੱਖਾਂ ਦਾ ਅਜੇ ਰਾਜ ਅਤੇ ਮੁਸਲਮਾਨਾਂ ਨੂੰ ਮਾਰਨ ਲੱਗ ਜਾਣ ਕਿ ਹਾਂ ਇਹਨਾਂ ਦੇ ਵੱਡਿਆਂ ਵਡੇਰਿਆਂ ਨੇ ਸਾਡੇ ਗੁਰੂਆਂ ਨੂੰ ਮਾਰਿਆ, ਫਿਰ ਸਾਡੀ ਮੂਰਖਤਾ ਹੀ ਹੋਵੇਗੀ ਨਾ। ਮਨੁੱਖ ਨਾ ਮੂਰਖ ਹੈ। 30 ਲੱਖ ਮਹਿਣੇ ਰੱਖਦਾ ਹੈ, 30 ਲੱਖ। ਛੋਟਾ ਥੋੜ੍ਹੇ ਜਿਹੇ ਵਿਚਾਰੇ ਯਹੂਦੀ, ਜਿਹੜਾ ਇਜ਼ਰਾਈਲ ਦੇਸ਼ ਬਣਿਆ, ਜਿਹੜਾ ਅੱਜ ਕੱਲ੍ਹ ਇਜ਼ਰਾਈਲ ਦੇਸ਼ ਬਣਿਆ ਯਹੂਦੀਆਂ ਦਾ ਹੀ ਹੈ ਜੀ। ਹਾਂ ਵੀ ਮੈਂ ਕਹਿੰਦੇ ਕੋਈ ਨਹੀਂ ਰਹਿਣ ਦੇਣਾ, ਉਹ ਰਹਿਣ ਨੂੰ ਬੀਜ ਨਾਸ਼ ਤਾਂ ਕਦੇ ਹੋਇਆ ਨਹੀਂ ਕਰਦਾ। ਦੇਖਿਆ ਮੈਂ, ਉਹ ਜੇ ਰਾਜ ਸ਼ਕਤੀ ਕੋਲ ਆ ਗਈ ਹੈ, ਫਿਰ ਦੂਜੇ ਨੂੰ ਆਪਣੇ ਵਰਗਾ ਬਣਾਉਣਾ ਉਹਨਾਂ ਨੇ ਸੌਖਾ ਹੋ ਜਾਂਦਾ ਹੈ। ਡਰਾਉਣਾ, ਧਮਕਾਉਣਾ, ਕਤਲ ਕਰਨਾ। ਨਹੀਂ ਤਾਂ ਮਨੁੱਖ ਜਿਹੜਾ ਹੈ ਇਹ ਚਾਹੁੰਦਾ ਦੂਸਰਾ ਮੇਰੇ ਵਰਗਾ ਹੋਵੇ। ਇਸ ਤਰ੍ਹਾਂ ਹੁੰਦਾ ਨਹੀਂ ਅਤੇ ਫਿਰ ਜਿਹੜੇ ਜ਼ੋਰ ਜ਼ੁਲਮ 'ਤੇ ਹੁੰਦੇ ਨੇ। ਅਸਰ ਜੇ ਇੱਕ ਧਰਮ ਵਾਲਾ ਦੂਜੇ ਧਰਮ 'ਤੇ ਕਰ ਰਿਹਾ, ਸਿਰਫ ਇਸੇ ਲਈ ਕਰ ਰਿਹਾ, ਇਸ ਲਈ ਕਰ ਰਿਹਾ। ਸਾਨੂੰ ਵੀ ਤਕਲੀਫ ਹੈ
ਕਿ ਸਿੱਖ ਜਿਹੜੇ ਦੇਹਧਾਰੀ ਗੁਰੂ ਨੂੰ ਕਿਉਂ ਮੰਨਦੇ ਨੇ। ਵੀ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ, ਸਾਰੇ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਚਾਹੀਦਾ ਹੈ। ਅੰਦਰ ਖਾਤੇ ਅਸੀਂ ਦੇਹਧਾਰੀ ਗੁਰੂਆਂ ਦੇ ਵਿਰੁੱਧ ਮੰਨੋ ਨਾ ਮੰਨੋ। ਵੀ ਹਾਂ, ਜਿਹਨੂੰ ਅਸੀਂ ਮੰਨਦੇ ਹਾਂ ਸਾਰੇ ਉਹਨੂੰ ਮੰਨਣ। ਅੱਲਾ, ਸਾਰੇ ਝਗੜੀਏ ਨੇ। ਆਹੀ ਰੌਲਾ ਗੋਲਾ ਸਾਰੇ ਸੰਸਾਰ। ਮੈਂ ਵਰਲਡ ਹਿਸਟਰੀ ਪੜ੍ਹੀ ਹੈ, ਮੈਂ ਇਸੇ ਨਤੀਜੇ 'ਤੇ ਪਹੁੰਚਿਆ ਕਿ ਸਭ ਤੋਂ ਵੱਡੀ ਮੂਰਖਤਾ ਮਨੁੱਖ ਦੀ ਹੈ ਕਿ ਚਾਹੁੰਦਾ ਦੂਜੇ ਮੇਰੇ ਵਰਗੇ ਹੋਣ। ਆਹ ਮੀਆਂ ਬੀਬੀ ਕਿਉਂ ਲੜਦੇ ਨੇ? ਬੰਦਾ ਕਹਿੰਦਾ ਜਨਾਨੀ ਮੇਰੇ ਵਰਗੀ ਹੋਵੇ, ਜਨਾਨੀ ਕਹਿੰਦੇ ਬੰਦਾ ਮੇਰੇ ਵਰਗਾ ਹੋਵੇ। ਉਹ ਦੋਨੋਂ ਹੋ ਹੀ ਨਹੀਂ ਸਕਦੇ, ਲੜੀ ਜਾਂਦੇ ਨੇ, ਛਿੱਤਰੋ ਛਿੱਤਰੀ ਹੋਈ ਜਾਂਦੇ ਨੇ। ਸਾਨੂੰ ਸਮਝ ਹੀ ਨਹੀਂ ਆਉਂਦੀ ਛੋਟੀ ਛੋਟੀਆਂ ਗੱਲਾਂ ਦੀਆਂ। ਹੋਰ ਘਰ 'ਚ ਕੀ ਰੌਲਾ? ਆਹੀ ਰੌਲਾ। ਬੰਦਾ ਕਹਿੰਦਾ ਜਨਾਨੀ ਮੇਰੇ ਵਰਗੀ ਹੋਵੇ, ਜਨਾਨੀ ਕਹਿੰਦੇ ਬੰਦਾ ਮੇਰੇ ਵਰਗਾ ਹੋਵੇ। ਨਾ ਜਨਾਨੀ ਵਰਗਾ ਬੰਦਾ ਹੋਵੇ ਅਤੇ ਨਾ ਬੰਦੇ ਵਰਗੀ ਜਨਾਨੀ ਹੋਵੇ। ਜਿਹੜੇ ਥੋੜ੍ਹੇ ਸਿਆਣੇ ਹੁੰਦੇ ਨੇ ਉਹ ਐਡਜਸਟਮੈਂਟ ਕਰ ਲੈਂਦੇ ਨੇ। ਉਹ ਆਪਣਾ ਥੋੜ੍ਹਾ ਜਿਹਾ ਸੁਭਾਅ ਜਨਾਨੀ ਵਰਗਾ ਕਰ ਲੈਂਦੇ, ਜਨਾਨੀ ਥੋੜ੍ਹਾ ਸੁਭਾਅ ਬੰਦੇ ਵਰਗਾ ਕਰ ਲੈ, ਵੀ ਘਰ ਦੀ ਗੱਡੀ ਚੱਲਦੀ ਰਹੇ। ਅਤੇ ਜਿਹੜੇ ਅੜ ਜਾਂਦੇ ਨੇ, ਹਾਂ ਜੀ ਮੇਰੇ ਵਰਗੇ ਮੇਰੀ ਹੀ ਗੱਲ ਮੰਨੇ। ਮੇਰੇ ਵਰਗੇ ਦਾ ਮਤਲਬ ਮੇਰੀ ਗੱਲ ਮੰਨੇ। ਉਹ ਕਹਿੰਦੇ ਮੇਰਾ ਘਰ ਵਾਲਾ ਮੇਰੀ ਗੱਲ ਮੰਨੇ। ਇਸ ਤਰ੍ਹਾਂ ਹੁੰਦਾ ਨਹੀਂ। ਅਤੇ ਤੂੰ ਮੈਂ ਛਿੱਤਰੋ ਛਿੱਤਰੀ ਹੁੰਦੇ ਰਹਿੰਦੇ ਨੇ। ਅਸੀਂ ਕਿੱਡੇ ਵੱਡੇ ਮੂਰਖ ਹਾਂ ਇਸ ਇੱਕੋ ਗੱਲ ਕਰਕੇ ਕਿ ਦੂਸਰਾ ਸਾਡੇ ਵਰਗਾ ਹੋਵੇ। ਕਿੰਨੇ ਜ਼ੁਲਮ ਹੋਏ, ਕਿੰਨੀਆਂ ਲੜਾਈਆਂ ਹੋਈਆਂ, ਕਿੰਨਾ ਹੁਣ ਵੀ ਅੱਜ ਕੱਲ੍ਹ ਕੀ ਘਰਾਂ 'ਚ, ਕੀ ਦੇਸ਼ 'ਚ, ਕੀ ਕੌਮਾਂ 'ਚ ਹੁਣ ਵੀ ਆਹੀ ਸਿੜੀ ਸਿਆਪਾ ਜਿਹਾ ਚੱਲੀ ਜਾਂਦਾ। ਗੁਰਬਾਣੀ ਕਹਿੰਦੀ ਕੋਈ ਨਾ ਕਿਸੇ ਹੀ ਜਿਹਾ। ਪਰਮਾਤਮਾ ਨੇ 84 ਲੱਖ ਜੂਨਾਂ ਪੈਦਾ ਕੀਤੀਆਂ ਨੇ। 7.5 ਕਰੋੜ, 750 ਕਰੋੜ, 7.5 ਅਰਬ, 750 ਕਰੋੜ ਬੰਦਾ ਜਨਾਨੀ ਹੈ ਇਸ ਵੇਲੇ ਹਿੰਦੁਸਤਾਨ 'ਚ, ਅਤੇ ਕੋਈ ਕਿਸੇ ਨਾਲ ਨਹੀਂ ਮਿਲ ਰਿਹਾ। ਦੇਖੋ, ਹਾਲਾਂਕਿ ਸਭ ਨੂੰ ਆਹੀ 2 ਅੱਖਾਂ ਲੱਗੀਆਂ, ਨੱਕ ਲੱਗਾ, ਮੂੰਹ ਲੱਗਾ, ਹੱਥ ਲੱਗੇ ਹੈ, ਪੈਰ ਲੱਗੇ, ਪਰ ਕਮਾਲ ਲੱਗ ਨਹੀਂ ਮਿਲਦੇ ਨਹੀਂ। ਇੱਕ ਦਿਨ ਨੂੰ ਸੁਭਾਅ ਨਹੀਂ ਮਿਲਦੇ। ਕੋਈ ਨਾ ਕਿਸੇ ਹੀ ਜਿਹਾ। ਪਰਮਾਤਮਾ ਨੇ 2 ਇੱਕੋ ਜਿਹੇ ਪੈਦਾ ਹੀ ਨਹੀਂ ਕੀਤੇ। ਜਦੋਂ ਪਰਮਾਤਮਾ ਨੇ 2 ਇੱਕੋ ਜਿਹੇ ਪੈਦਾ ਹੀ ਨਹੀਂ ਕੀਤੇ, ਫਿਰ ਸਾਨੂੰ ਕੀ ਲੋੜ ਹੈ ਅਸੀਂ ਰੌਲਾ ਪਾਈਏ ਤੂੰ ਸਾਡੇ ਵਰਗਾ ਹੋ ਅਤੇ ਮੈਂ ਤੁਹਾਡੇ ਵਰਗਾ ਹਾਂ। ਬਸ ਇੱਥੇ ਹੀ ਰੌਲਾ। ਜਦੋਂ ਸਮਝ ਆ ਗਈ ਸਭ ਥਾਂ 'ਤੇ ਸ਼ਾਂਤੀ ਹੋ ਜਾਏਗੀ। ਅਸ਼ਾਂਤੀ ਦਾ ਕਾਰਨ ਹੀ ਆਹੀ ਹੈ। ਇਸ ਲਈ ਗੁਰੂ ਮਹਾਰਾਜ ਕਹਿੰਦੇ ਪੌੜੀ, ਖਸਮੈ ਕੈ ਦਰਬਾਰ ਢਾਡੀ ਵਸਿਓ। ਜਿਹੜਾ ਢਾਡੀ ਹੈ ਪਰਮਾਤਮਾ ਦੀ ਸਿਫਤ ਸਲਾਹ ਕਰਨ ਵਾਲਾ, ਉਹ ਪਰਮਾਤਮਾ ਦਰਬਾਰ 'ਚ ਵਸ ਜਾਂਦਾ। ਕਿਉਂਕਿ ਪਰਮਾਤਮਾ ਕਹਿੰਦਾ ਹਾਂ ਮੈਂ ਕਿਹਾ ਸੀ ਨਾਮ ਜਪੋ, ਇਹਨੇ ਨਾਮ ਜਪਿਆ, ਆ ਜਾ ਬਾਈ ਜੀ ਆਇਆਂ ਨੂੰ, ਜੀ ਆਇਆਂ। ਅਤੇ ਮੈਂ ਕਈ ਵਾਰ ਸੋਚਦਾ ਵੀ ਅਸੀਂ ਕਿਹਦੇ ਵਿਚਾਰੇ ਹਾਂ। ਪਰਮਾਤਮਾ ਹੀ ਉਹਨਾਂ ਨੂੰ ਪਸੰਦ ਕਰਦਾ ਜਿਹੜੇ ਪਰਮਾਤਮਾ ਦਾ ਨਾਮ ਜਪਦੇ ਨੇ। ਵੀ ਧੰਨ ਹੋ ਜੀ, ਵਾਹ ਗੁਰੂ ਜੀ, ਵਾਹ ਗੁਰੂ ਜੀ, ਧੰਨ ਹੋ ਤੁਸੀਂ, ਧੰਨ ਹੋ ਤੁਸੀਂ। ਅਤੇ ਜੇ ਸਾਡੀ ਕੋਈ ਚਮਚਾਗੀਰੀ ਕਰਦਾ ਅਸੀਂ ਤਾਂ ਖੁਸ਼ ਹੋਣਾ ਹੀ ਹੋਣਾ। ਰੱਬ ਖੁਸ਼ ਹੁੰਦਾ ਉਹਨੂੰ, ਜਿਹਨੂੰ ਚਮਚਾਗੀਰੀ ਕਰ ਲਓ, ਜੋ ਮਰਜ਼ੀ ਕਰ ਲਓ, ਉਹ ਵੀ ਵੈਰੀ ਫਰੈਂਕ ਹੈ। ਰੱਬ ਨਾਮ ਜਪਣ ਵਾਲੇ ਤਾਂ ਖੁਸ਼ ਹੁੰਦਾ ਕਿ ਨਹੀਂ? ਵੀ ਮੇਰਾ ਕੋ ਬਸ, ਹਾਂਜੀ ਇਹ ਸੱਚੇ ਪਾਤਸ਼ਾਹ ਸਭ ਤੇਰਾ, ਤੇਰਾ ਹੀ ਦਿੱਤਾ ਹੋਇਆ, ਤੂੰ ਹੀ ਹੈ ਸਭ ਕੁਛ, ਅਸੀਂ ਤੇਰੇ ਸਾਹਮਣੇ ਕੁਛ ਵੀ ਨਹੀਂ ਹਾਂ, ਅਸੀਂ ਨਾ ਚੀਜ਼ ਹਾਂ, ਤੂੰ ਹੀ ਹੈ, ਬਸ ਤੂੰ ਹੀ ਹੈ, ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ। ਉਹ ਕਹਿੰਦਾ ਆ ਜਾ ਸੱਜਣ ਜੈਮਲ ਸਿੰਘ, ਆ ਜਾ ਆ ਜਾ ਆ ਜਾ ਆ ਜਾ। ਇਸ ਲਈ ਕਈ ਨਾ ਕਰਮਚਾਰੀ ਦੂਜੇ ਕਿ ਇਹ ਚਮਚਾ ਹੈ ਜੀ ਅਫਸਰ ਦਾ। ਮੈਂ ਕਿਹਾ ਰੱਬ ਜੇ ਚਮਚਿਆਂ ਨੂੰ ਪਿਆਰ ਕਰਦਾ ਅਤੇ ਅਫਸਰ ਕਿਉਂ ਨਹੀਂ ਪਿਆਰ ਕਰੇ? ਇੰਨੇ ਸਰਵ ਜਿਹੜੇ ਚਮਚੇ ਨੇ ਉਹ ਝੂਠੀ ਵਡਿਆਈ ਕਰਦੇ ਨੇ, ਭਗਤ ਜਿਹੜਾ ਸੱਚੀ ਵਡਿਆਈ ਕਰਦਾ, ਬਸ ਇੰਨਾ ਹੀ ਫਰਕ ਹੈ। ਵਡਿਆਈ ਦੋਨੋਂ ਹੀ ਕਰ ਰਹੇ ਹੁੰਦੇ ਨੇ। ਵਡਿਆਈ ਕਿਹਨੂੰ ਨਹੀਂ ਚੰਗੀ ਲੱਗਦੀ? ਭਾਵੇਂ ਪਤਾ ਹੀ ਹੋਵੇ ਜੈਮਲ ਸਿੰਘ ਨੂੰ ਕਿ ਇਹ ਤੇਰੀ ਝੂਠੀ ਵਡਿਆਈ ਕਰਦਾ, ਪਰ ਇਹ ਸੱਚ ਹੈ, ਜੈਮਲ ਸਿੰਘ ਅੰਦਰ ਖੁਸ਼ ਹੋਏਗਾ। ਹਰ ਬੰਦਾ ਵਡਿਆਈ ਸੁਣ ਕੇ ਖੁਸ਼ ਹੁੰਦਾ। ਨਿੰਦਿਆ ਸੁਣ ਕੇ ਚਾਹੇ ਮੈਂ ਚੁੱਪ ਰਹਾਂ, ਵੀ ਧਾਰਮਿਕ ਬੰਦਾ ਅੱਗੋਂ ਰਿਐਕਸ਼ਨ ਕਰਦਾ ਚੰਗਾ ਨਹੀਂ ਲੱਗਦਾ, ਪਰ ਮਨ ਨੂੰ ਤਾਂ ਹੋਵੇਗਾ ਨਾ ਵੀ ਅੱਕਿਆ ਆਵਾ ਤਬਾ ਜਿਹਾ ਬੋਲੀ ਜਾਂਦਾ ਹੈਗਾ। ਨਿੰਦਿਆ ਸੁਣ ਕੇ ਬੰਦਾ ਦੁਖੀ ਹੁੰਦਾ, ਵਡਿਆਈ ਸੁਣ ਕੇ ਖੁਸ਼ ਹੁੰਦਾ ਹੈ। ਜਦੋਂ ਰੱਬ ਵਡਿਆਈ ਸੁਣ ਕੇ ਖੁਸ਼ ਹੁੰਦਾ ਤਾਂ ਅਸੀਂ ਕਿਹਦੇ ਵਿਚਾਰੇ ਹਾਂ? ਇਸ ਲਈ ਕਰਿਆ ਕਰੋ ਵਡਿਆਈ ਅਤੇ ਆਪਣਾ ਕੰਮ ਕਰਾ ਕੇ ਤੁਰਦੇ ਬਣੋ। ਪਰਮਾਤਮਾ ਕਹਿੰਦਾ ਜਿਹੜਾ ਮੇਰੀ ਵਡਿਆਈ ਕਰੇਗਾ, ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਥ, ਨਿਬੜਿਆ ਕੰਮ।
ਹੈ ਪਰਮਾਤਮਾ ਜਿਹੜੇ ਤੇਰੀ ਭਗਤੀ करे ਤੂੰ ਉਹਨਾਂ ਦੇ ਕਾਰਜ ਸਵਾਰਦਾ ਹੈ। ਤੇ ਭਗਤੀ ਕੀ ਉਹਦੀ ਵਡਿਆਈ, ਉਹਦੀ ਵਡਿਆਈ ਹੈ। ਅਫਸਰ ਦੀ ਵਡਿਆਈ ਕਰੋ, ਆਪਣਾ ਕੰਮ ਕਰੋ ਤੇ ਤੁਰਦੇ ਬਣੋ। ਲੋਕ ਕਹੀ ਇਹ ਚਮਚਾ ਹੈ ਜੀ, ਇਹ ਫਲਾਉਣਾ, ਜੋ ਮਰਜ਼ੀ ਕਹੀ ਜਾਣਾ। ਤੇ ਜਿਹੜੇ ਸਰਵਿਸ ਕਰਦੇ ਹੋ ਸਭ ਨੂੰ ਇਸ ਗੱਲ ਦਾ ਗਿਆਨ ਹੈ ਨਾ, ਗਿਆਨ। ਅਫਸਰ ਨੂੰ ਪਤਾ ਹੈ ਵੀ ਇਹ ਝੂਠ ਕਹਿ ਰਿਹਾ, ਪਰ ਫਿਰ ਵੀ ਉਹ ਖੁਸ਼ ਹੋ, ਉਹ ਜਾ ਯਾਰ ਕੱਲ੍ਹ ਨੂੰ ਆ ਕੇ ਹਾਜ਼ਰੀ ਲਾ ਲਈ। ਉਹ ਫਰਲੋ 'ਤੇ ਹੀ ਰਹਿੰਦਾ। ਝੂਠੀ ਵਡਿਆਈ ਕਰਨ ਵਾਲਾ, ਚਮਚਾਗਿਰੀ ਕਰਨ ਵਾਲਾ ਸਭ ਤੋਂ ਵੱਧ ਫਰਲੋ 'ਤੇ ਰਹਿੰਦਾ ਹੈ, ਮੌਜਾਂ ਕਰਦਾ। ਸੋ ਐਸੇ ਜੇ ਰੱਬ ਖੁਸ਼ ਹੁੰਦਾ, ਵਾਹਿਗੁਰੂ ਸੁਣ ਕੇ ਕਰੋ, ਠੀਕ ਹੈ, ਆਪਣਾ ਕੰਮ ਕਰੋ ਜਿਵੇਂ ਵੀ ਹੁੰਦਾ। ਸੋ ਗੁਰੂ ਮਹਾਰਾਜ ਕਹਿੰਦੇ ਪਰਮਾਤਮਾ ਦੇ ਦਰ 'ਤੇ ਕੌਣ ਵਸਦਾ? ਢਾਡੀ, ਜਿਹੜਾ ਪਰਮਾਤਮਾ ਦੀ ਸਿਫਤ ਸਲਾਹ ਕਰਦਾ। ਸੱਚਾ ਖਸਮ ਕਲਾਨ ਕਮਲ ਵਿਕਸ। ਜਦੋਂ ਸੱਚੇ ਪਰਮਾਤਮਾ ਦੀ ਸਿਫਤ ਸਲਾਹ ਕਰਦਾ ਨਾ, ਮਨ ਖਿੜ ਉੱਠਦਾ ਹੈ, ਸਾਡਾ ਆਪਣਾ ਮਨ ਖਿੜ ਉੱਠਦਾ ਹੈ। ਪਰਮਾਤਮਾ ਸਦੇ ਖੇੜੇ 'ਚ, ਉਹਨੂੰ ਨਹੀਂ ਫਰਕ ਪੈਂਦਾ। ਨਾ ਵਾਧ ਹੈ ਨਾ ਘਾਟ ਹੈ, ਨਾ ਘਾਟ ਵਾਧ ਹੋਤ ਹੈ। ਪਰਮਾਤਮਾ ਦੀ ਵਡਿਆਈ ਕਰੋ, ਉਹਨੇ ਵੱਡੇ ਨਹੀਂ ਹੋ ਜਾਣਾ, ਅਤੇ ਉਹਦੀ ਨਿੰਦਿਆ ਕਰੋ, ਉਹਨੇ ਕੋਈ ਛੋਟੇ ਨਹੀਂ ਹੋ ਜਾਣਾ। ਵਡਿਆਈ ਵੱਡਾ ਪਾਇਆ, ਪਰਮਾਤਮਾ ਵੱਡਾ ਹੈ, ਅਸੀਂ ਉਹਨੂੰ ਪ੍ਰਾਪਤ ਕਰਨਾ ਹੈ, ਉਹ ਵਡਿਆਈ ਰਾਹੀਂ ਹੀ ਹੋ ਸਕਦਾ ਹੈ। ਹਾਂ, ਵਡਿਆਈ ਕਰਦਿਆਂ ਕਰਦਿਆਂ ਅਸੀਂ ਆਪ ਹੀ ਵੱਡੇ ਹੁੰਦੇ ਜਾਂਦੇ। ਵਡਿਆਈ ਕਰੀ ਜਾਵਾਂਗੇ, ਜੋ ਰੱਬ ਦੇ ਗੁਣ ਨੇ ਸਾਡੇ 'ਚ ਪੈਦਾ ਹੋਈ ਜਾਣਗੇ। ਜਦੋਂ ਸਾਡਾ ਸੁਭਾਅ ਅਤੇ ਰੱਬ ਦਾ ਸੁਭਾਅ ਇੱਕੋ ਜਿਹਾ ਹੋ ਗਿਆ, ਉਹ ਕਹਿੰਦਾ ਆ ਜਾ, ਮੇਰੇ ਦਰ ਖੁੱਲ੍ਹੇ ਨੇ, ਜੀ ਸਦਕੇ ਆਓ। ਸਾਨੂੰ ਕੱਢਿਆ ਹੀ ਇਸੇ ਲਈ ਰੱਬ ਨੇ ਵੀ ਜਾਂ ਦਫਾ ਹੋਵੋ, ਤੁਸੀਂ ਮੇਰੀ ਗੱਲ ਨਹੀਂ ਮੰਨਦੇ। ਮੇਰੀ ਗੱਲ ਮੰਨੋਗੇ ਤਾਂ ਮੁੜ ਕੇ ਵੜਨ ਦੇਵਾਂਗਾ। ਕਈ ਹਸਬੈਂਡ ਨਹੀਂ ਘਰ ਵਾਲੇ ਵੜਨ ਦੇ, ਕਹਿੰਦਾ ਤੂੰ ਮੇਰੀ ਗੱਲ ਨਹੀਂ ਮੰਨਦੇ, ਦਫਾ ਪੇ ਕੇ ਭੱਜ ਜਾ। ਜਿੱਦੇ ਮੰਨੇਗੀ ਉੱਦੇ ਆਈ। ਨਹੀਂ ਮੰਨਦੀ, ਚੰਗਾ ਫਿਰ ਤਲਾਕ ਹੈ ਭਾਈ। ਫਿਰ ਇਸ ਲਈ ਪਰਮਾਤਮਾ ਦੇ ਦਰ 'ਤੇ ਉਹੀ ਜਾਂਦਾ ਹੈ ਜਿਹੜਾ ਪਰਮਾਤਮਾ ਦੀ ਸਿਫਤ ਸਲਾਹ ਕਰਦਾ ਇੱਕ, ਅਤੇ ਜਿਹੜਾ ਸਿਫਤ ਸਲਾਹ ਕਰਦਾ ਕਮਲ ਵਿਕਸੇ, ਉਹਦਾ ਮਨ ਖੁਸ਼ ਰਹਿੰਦਾ ਹੈ। ਵਡਿਆਈ ਕਰਕੇ ਵੀ ਖੁਸ਼ ਹੁੰਦਾ, ਅਤੇ ਵਡਿਆਈ ਸੁਣ ਕੇ ਵੀ ਮਨ ਖੁਸ਼ ਹੁੰਦਾ। ਨਿੰਦਿਆ ਕਰਕੇ ਬੰਦਾ ਖੁਸ਼ ਨਹੀਂ ਹੋਇਆ ਕਰਦਾ। ਮੈਂ ਦੇਖਿਆ ਆਪਣਾ ਮਨ ਖਰਾਬ ਹੁੰਦਾ। ਤੁਸੀਂ ਕਦੇ ਨਿੰਦਿਆ ਕੀਤੀ, ਸਮਾਂ ਪਾ ਕੇ ਤੁਹਾਡਾ ਆਪਣਾ ਮਨ ਹੀ ਖਰਾਬ ਹੋਵੇਗਾ ਕਿ ਵੀ ਨਹੀਂ, ਮੈਨੂੰ ਇਹ ਨਹੀਂ ਸੀ ਚਾਹੀਦਾ, ਮੈਂ ਗਲਤੀ ਕੀਤੀ। ਖਸਮ ਪੂਰਾ ਪਾਏ ਮਨੋ ਰਹਿਸ। ਪਰਮਾਤਮਾ ਦੇ ਦਰ ਤੋਂ ਪੂਰਨਤਾ ਪ੍ਰਾਪਤ ਕਰ ਲੈਂਦਾ। ਮਨੁੱਖ ਹੈਗਾ ਅਧੂਰਾ। ਜਦੋਂ ਅਸੀਂ ਨਾਮ ਜਪੀ ਜਾਂਦੇ ਹਾਂ, ਜਪੀ ਜਾਂਦੇ ਹਾਂ, ਜਪੀ ਜਾਂਦੇ, ਪਰਮਾਤਮਾ ਸਾਨੂੰ ਪੂਰਨ ਕਰ ਦਿੰਦਾ ਹੈ। ਜਦ ਅਸੀਂ ਪੂਰੇ ਹੋ ਗਏ ਅੰਦਰੋਂ, ਮਨੋ ਰਹਿਸ, ਮਨ ਸਾਡਾ ਖਿੜ ਉੱਠਦਾ, ਮਨ ਸਾਡਾ ਖੁਸ਼ ਹੋ ਜਾਂਦਾ। ਦੁਸ਼ਮਣ ਕੱਢੇ ਮਾਰ ਸੱਜਣ ਸਰਸ। ਸਾਡੇ ਅੰਦਰ ਦੁਸ਼ਮਣ ਵੀ ਨੇ ਅਤੇ ਸਾਡੇ ਅੰਦਰ ਸੱਜਣ ਵੀ ਨੇ। ਜਿਹੜੀਆਂ ਬੁਰਾਈਆਂ ਨੇ ਉਹ ਸਾਡੇ ਦੁਸ਼ਮਣ ਨੇ, ਜਿਹੜੀਆਂ ਚੰਗਿਆਈਆਂ ਨੇ ਉਹ ਸਾਡੇ ਸੱਜਣ ਨੇ। ਸਾਡੇ ਅੰਦਰ ਹੀ ਦੁਸ਼ਮਣ ਅਤੇ ਸੱਜਣ ਬੈਠੇ ਨੇ। ਕਿ ਨਾਮ ਜਪ ਜਪ ਕੇ ਜਿਹੜਾ ਬੰਦਾ ਨਾਮ ਜਪਣਾ, ਉਹ ਅੰਦਰ ਜਿਹੜੇ ਦੁਸ਼ਮਣ ਨੇ ਉਹਨੂੰ ਮਾਰ ਮਾਰ ਕੇ ਕੱਢ ਦਿੰਦਾ ਹੈ। ਜਿਹੜੇ ਫਿਰ ਅੰਦਰ ਸੱਜਣ ਨੇ ਉਹ ਖੁਸ਼ ਹੋ ਜਾਂਦੇ ਨੇ। ਹਾਂ, ਉਹ ਖੁਸ਼ਦੇ ਵੀ ਚੰਗਾ ਯਾਰ, ਆ ਭੈੜੇ ਲੋਕਾਂ ਨੂੰ ਕੱਢਦਾ। ਹਾਂਜੀ, ਸੱਚਾ ਸਤਿਗੁਰ ਸੇਵਨ, ਸੱਚਾ ਮਾਰਗ ਦੱਸੇ। ਉਹ ਸੱਚੇ ਗੁਰੂ ਦੀ ਸੇਵਾ ਕਰਦੇ ਨੇ। ਕਿਉਂ? ਕਿਉਂਕਿ ਸੱਚੇ ਗੁਰੂ ਨੇ ਰੱਬ ਦਾ ਰਾਹ ਦੱਸਿਆ ਹੋਇਆ। ਬਾਣੀ ਸਾਨੂੰ ਰੱਬ ਨੂੰ ਮਿਲਣ ਦਾ ਰਸਤਾ, ਢੰਗ ਦੱਸਦੀ ਹੈ। ਜੀਵਨ ਦਾ ਉਦੇਸ਼ ਹੈ ਪਰਮਾਤਮਾ ਨੂੰ ਮਿਲਣਾ। ਸਾਡਾ ਜੰਮਣ ਮਰਨ ਉਹਦੇ ਸਮਾਪਤ ਹੋਵੇਗਾ ਜਿੱਦੇ ਅਸੀਂ ਪਰਮਾਤਮਾ ਨੂੰ ਮਿਲ ਪਾਂਗੇ। ਨਹੀਂ ਤਾਂ ਅਸੀਂ ਜੰਮਦੇ ਰਹਾਂਗੇ, ਮਰਦੇ ਰਹਾਂਗੇ, ਜੰਮਦੇ ਰਹਾਂਗੇ, ਮਰਦੇ ਰਹਾਂਗੇ। ਜੇ ਨਾਲ ਚੰਗੇ ਕੰਮ ਕਰਦੇ ਰਹੇ, ਵਾਰੀ ਵਾਰੀ ਮਨੁੱਖ ਬਣਦੇ ਰਹਾਂਗੇ। ਜੇ ਭਾਈ ਨਾਮ ਨਹੀਂ ਜਪੇ ਅਤੇ ਭੈੜੇ ਕੰਮ ਕੀਤੇ, ਫਿਰ ਹੋਰ ਜੂਨੀਆਂ 'ਚ ਬੰਦਾ ਚਲਾ ਜਾਂਦਾ ਹੈ। ਫਿਰ ਹੋਰ ਜੂਨੀਆਂ 'ਚ ਬੰਦਾ ਚਲਾ ਜਾਂਦਾ। ਇਸ ਲਈ ਕਹਿੰਦੇ ਸੱਚਾ, ਉਹ ਜਿਹੜੇ ਨੇ ਪਰਮਾਤਮਾ ਦੇ ਭਗਤ, ਉਹ ਸੱਚੇ ਗੁਰੂ ਦੀ ਸੇਵਾ ਕਰਦੇ ਨੇ। ਸੱਚਾ ਮਾਰਗ ਦੱਸਿਆ ਕਿ ਗੁਰੂ ਨੇ ਉਹਨਾਂ ਰੱਬ ਦਾ ਰਾਹ ਦੱਸਿਆ ਹੁੰਦਾ ਹੈ। ਸੱਚਾ ਸ਼ਬਦ ਵਿਚਾਰ ਕਾਲ ਵਿਧਾਸਿਆ। ਸੱਚਾ ਸ਼ਬਦ ਵਿਚਾਰ, ਪਰਮਾਤਮਾ ਦੇ ਨਾਮ ਨੂੰ ਜਪ ਜਪ ਕੇ ਉਹ ਜਿਹੜਾ ਕਾਲ ਹੈ, ਮੌਤ ਦਾ ਜਿਹੜਾ ਡਰ ਹੈ ਨਾ, ਵਿਧਾਸਿਆ ਹੁੰਦਾ, ਖਤਮ ਕਰਦਾ, ਨਾਸ਼ ਕਰ ਦੇਣਾ। ਮੌਤ ਨੇ ਦੇਖੋ ਆਉਣਾ ਹੀ ਆਉਣਾ। ਰਾਮ ਗਇਓ ਰਾਵਣ ਗਇਓ।
ਚਾਹੇ ਪੀਰ ਆ ਗਿਆ, ਚਾਹੇ ਪੈਗੰਬਰ ਆ ਗਿਆ, ਚਾਹੇ ਅਵਤਾਰ ਆ ਗਿਆ ਹੈ, ਕੋਈ ਸਧਾਰਨ ਮਨੁੱਖ, ਜੋ ਵੀ ਇਸ ਸੰਸਾਰ 'ਚ ਪੈਦਾ ਹੋਇਆ ਉਹਨੇ ਇੱਕ ਨਾ ਇੱਕ ਦਿਨ ਮਰਨਾ ਹੀ ਮਰਨਾ। ਸਿਰਫ ਇੰਨਾ ਹੈ ਕਿ ਅਸੀਂ ਮੌਤ ਤੋਂ ਡਰਦੇ ਹਾਂ। ਭਜਨ ਬੰਦਗੀ ਦੀ ਇੱਕ ਐਸੀ ਅਵਸਥਾ ਆਉਂਦੀ ਹੈ ਜਿੱਥੇ ਮੌਤ ਤੋਂ ਫਿਰ ਬੰਦਾ ਡਰਦਾ ਨਹੀਂ ਹੈਗਾ। ਮੌਤ ਆਉਂਦੀ ਹੈ, ਆ ਜਾਓ ਭਾਈ, ਉਹ ਡਰਦਾ ਨਹੀਂ ਹੈਗਾ। ਉਹ ਹੈ ਕਾਲ ਵਿਧੌਸਿਆ, ਮੌਤ ਦਾ ਡਰ ਹੀ ਖਤਮ ਹੋ ਜਾਂਦਾ ਹੈ। ਨਾਮ ਜਪ ਜਪ ਕੇ ਮਨੁੱਖ ਅੰਦਰੋਂ ਮੌਤ ਦੇ ਡਰ ਨੂੰ ਖਤਮ ਕਰ ਨਾਸ਼ ਕਰ ਦਿੰਦਾ। ਢਾਡੀ ਕਥੇ ਅਕਥ, ਪਰਮਾਤਮਾ ਨੇ ਕਿਹਾ ਅਕਥ। ਅਕਥ ਹੁੰਦਾ ਜਿਹਦਾ ਕਥਨ ਨਾ ਕੀਤਾ ਜਾ ਸਕੇ। ਅਸੀਂ ਸਾਰੇ ਦੇ ਸਾਰੇ ਪਰਮਾਤਮਾ ਦਾ ਵਰਣਨ ਨਹੀਂ ਕਰ ਸਕਦੇ। ਜਿੰਨਾ ਪਰਮਾਤਮਾ ਸਾਨੂੰ ਆਪਣਾ ਗਿਆਨ ਦਿੰਦਾ ਹੈ ਬਸ ਓਨਾ ਹੀ ਅਸੀਂ ਕਰ ਸਕਦੇ ਹਾਂ। ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਬਗਦਾਦ ਗਏ, ਇਰਾਕ ਦੀ ਰਾਜਧਾਨੀ, ਉੱਥੇ ਵੱਡਾ ਜਿਹੜਾ ਪੀਰ ਸੀ ਦਸਤਗੀਰ, ਉਹ ਗੁਰੂ ਮਹਾਰਾਜ ਨੂੰ ਮਿਲੇ। ਕਹਿੰਦੇ ਜੀ ਸਾਡੇ ਮੁਹੰਮਦ ਸਾਹਿਬ ਨੇ ਕਿਹਾ 7 ਆਕਾਸ਼ 7 ਪਤਾਲ। ਤੁਸੀਂ ਕਹਿੰਦੇ ਹੋ ਲੱਖਾਂ ਹੀ ਆਕਾਸ਼ ਨੇ ਲੱਖਾਂ ਹੀ ਪਤਾਲ ਨੇ, ਦੋਨਾਂ 'ਚ ਕੌਣ ਠੀਕ ਹੈ? ਫਿਰ ਇੱਕ ਤਾਂ ਗਲਤ ਹੋਏਗਾ ਨਾ। ਸਾਡੇ ਵਰਗਾ ਝੁੱਡੂ ਹੁੰਦਾ, ਕਹਿੰਦਾ ਚਲੋ ਚਲੋ ਸਾਡਾ ਗੁਰੂ ਠੀਕ ਹੈ, ਤੁਹਾਡਾ ਕਿੱਥੇ 7 ਨੇ? ਉੱਥੇ ਛਿੱਤਰੋ ਛਿੱਤਰੀ ਹੋ ਜਾਣਾ ਸੀ, ਹੋ ਜਾਣਾ ਸੀ। ਆ ਜਿਹੜੇ ਲੜ ਪੈਂਦੇ ਧਰਮ ਅੰਦਰ ਇਸੇ ਮੂਰਖਤਾ ਕਰਕੇ ਲੜ ਪੈਂਦੇ। ਬੋਲਣ ਦਾ ਚੱਜ ਨਹੀਂ ਹੈ, ਕੋਈ ਬੋਲ ਦਿੰਦੇ ਹੋ ਤਾਂ ਤੂੰ ਤਾਂ ਡੰਗ। ਗੁਰਦੁਆਰਾ 'ਚ ਇੱਕ ਦੇ ਪੱਗਾਂ ਲਾਉਂਦੇ, ਫੋਰਨ ਕੰਟਰੀ ਖਾਸ ਕਰਕੇ, ਉਹ ਤਾਂ ਬੜਾ ਤਮਾਸ਼ਾ ਹੁੰਦਾ। ਖੈਰ, ਗੁਰੂ ਨਾਨਕ ਦੇਵ ਜੀ ਕਹਿੰਦੇ ਗੱਲ ਠੀਕ ਜਾਂ ਗਲਤ ਦੀ ਨਹੀਂ। ਮੁਹੰਮਦ ਸਾਹਿਬ ਨੂੰ ਅੱਲਾ ਨੇ 7 ਆਕਾਸ਼ ਅਤੇ 7 ਪਤਾਲ ਵਿਖਾਏ। ਉਹਨਾਂ ਕਹਿੰਦਾ 7 ਆਕਾਸ਼ ਅਤੇ 7 ਪਤਾਲ ਹੁੰਦੇ ਨੇ। ਸਾਨੂੰ ਅੱਲਾ ਨੇ ਲੱਖਾਂ ਹੀ ਆਕਾਸ਼ ਲੱਖਾਂ ਹੀ ਪਤਾਲ ਵਿਖਾਏ ਨੇ, ਇਸ ਲਈ ਅਸੀਂ ਲੱਖਾਂ ਹੀ ਆਕਾਸ਼ ਅਤੇ ਲੱਖਾਂ ਹੀ ਪਤਾਲ ਕਹਤੇ। ਉਹਨੂੰ ਵਿਸ਼ਵਾਸ ਨਹੀਂ ਆਇਆ। ਕਹਿੰਦੇ ਮੈਨੂੰ ਕਿਵੇਂ ਵਿਸ਼ਵਾਸ ਆਵੇ? ਗੁਰੂ ਮਹਾਰਾਜ ਕਹਿੰਦੇ ਤੈਨੂੰ ਵਿਖਾ ਦਿੰਦੇ ਹਾਂ। ਉਹਨੇ ਸੋਚਿਆ ਵੀ ਲੱਖਾਂ ਆਕਾਸ਼ ਪਤਾਲ ਵੇਖਣ 'ਤੇ ਪਤਾ ਨਹੀਂ ਕਿੰਨੇ ਸਾਲ ਲੱਗਣਗੇ। ਕਹਿੰਦਾ ਮੈਂ ਤਾਂ ਬੁੜਾ ਹੋ ਗਿਆ ਜੀ, ਇੰਨੇ ਸਾਲ ਕਿੱਥੇ ਮੈਂ ਜਿਉਣਾ? ਆ ਮੇਰੇ ਮੁੰਡੇ ਨੂੰ ਵਿਖਾ ਦਿਓ। ਮੁੰਡੇ ਨੂੰ ਗੁਰੂ ਮਹਾਰਾਜ ਕੀ ਚੌਂਕੜੀ ਮਾਰ, ਨਾਲ ਬਹਿ ਗਿਆ। ਮੈਨੂੰ ਚੌਂਕੜੀ ਮਾਰ, ਗੁਰੂ ਮਹਾਰਾਜ ਦੇ ਸਿਰ 'ਤੇ ਹੱਥ ਰੱਖਤਾ। ਉਹ ਤਾਂ ਉਹਨਾਂ ਨੂੰ ਐਂ ਲੱਗਿਆ ਅਸੀਂ ਉੱਡ ਪਏ, ਬੈਠੇ ਉੱਥੇ ਹੀ ਨੇ। ਉਹਨੂੰ ਲੱਗਿਆ ਅਸੀਂ ਉੱਡ ਪਏ, ਕਦੇ ਕਿਸੇ ਮੰਡਲ 'ਤੇ, ਕਦੇ ਕਿਸੇ ਮੰਡਲ 'ਤੇ, ਕਦੇ ਕਿਸੇ 'ਤੇ। ਅੱਖ ਦੇ ਫੋਰ 'ਚ ਹੀ ਉਹਨੂੰ ਕਿੰਨੇ ਵਿਖਾਤੇ, 2-3 ਮਿੰਟਾਂ 'ਚ ਉਹਨੂੰ ਕਿੰਨੇ ਹੀ ਵਿਖਾਤੇ। ਅਤੇ ਉਹ ਲੜਕਾ ਕਹਿੰਦਾ ਜੀ ਪਤਾ ਹੀ ਨਹੀਂ ਕਿੰਨੇ ਕਿੰਨੇ, ਵੀ ਆਪਾਂ ਨੂੰ ਤਾਂ ਕਿੰਨੇ ਸਾਲ ਹੋ ਗਏ ਵੇਖਦਿਆਂ, ਹੁਣ ਵਾਪਸ ਚੱਲੀਏ। ਉਹਨਾਂ ਨੂੰ ਇਸ ਤਰ੍ਹਾਂ ਲੱਗਾ ਵੀ ਕੋਈ ਤਾਂ ਕਿੰਨੇ ਸਾਲ ਹੋ ਗਏ ਵੇਖਦਿਆਂ। ਕਹਿੰਦੇ ਜੀ ਵਾਪਸ ਚੱਲੀਏ। ਇੱਕ ਮੰਡਲ ਦੇ ਵਿੱਚ ਦੇਗ ਵਰਤਾਈ ਜਾ ਰਹੀ ਸੀ। ਉਹਨੇ ਗੁਰੂ ਮਹਾਰਾਜ ਨੇ ਕਿਹਾ ਵੀ ਸਾਨੂੰ ਨਿਸ਼ਾਨੀ ਦੇ ਦਿਓ। ਉਹਨਾਂ ਕੌਲਾ ਭਰ ਕੇ ਜਿਹੜਾ ਦੇਗ ਦਾ ਗੁਰੂ ਮਹਾਰਾਜ ਦਿੱਤਾ। ਭਾਈ ਗੁਰਦਾਸ ਜੀ ਇਸ ਗੱਲ ਦੀ ਗਵਾਹੀ ਦਿੱਤੀ, ਲੈ ਆਏ ਨੇ ਬਾਹਰ। ਉਹ ਬੱਚਾ ਜਿਹਨੇ ਸੋਚਿਆ ਸੀ ਵੀ ਸਾਨੂੰ ਤਾਂ ਕਿੰਨੇ ਸਾਲ ਹੋ ਗਏ ਵੇਖਦੇ, ਉਹ ਜਦੋਂ ਹੈਰਾਨ ਹੋਇਆ, ਕਹਿੰਦੇ ਅੱਬਾ ਜਾਨ ਤੁਸੀਂ ਇੰਨੇ ਸਾਲਾਂ ਦੀ ਇੱਥੇ ਹੀ ਬੈਠੇ ਹੋ? ਉਹ ਕਹਿੰਦਾ ਸਾਲ ਇੱਥੇ 2-3 ਮਿੰਟ ਹੋਏ ਨੇ। ਕਹਿੰਦੇ ਅੱਬਾ ਜਾਨ ਪਤਾ ਹੀ ਨਹੀਂ ਕਿੰਨੇ ਨੇ, ਉਹ ਕੋਈ ਗਿਣਤੀ ਮਿਣਤੀ ਨਹੀਂ ਹੁੰਦੀ ਕਿੰਨੇ ਨੇ। ਉਹ ਬੱਚਾ ਐਸਾ ਪ੍ਰਭਾਵਿਤ ਹੋਇਆ ਗੁਰੂ ਨਾਨਕ ਦੇਵ ਜੀ ਤੋਂ। ਕਹਿੰਦੇ ਮੈਂ ਤਾਂ ਅੱਲਾ ਦੇ ਦਰਸ਼ਨ ਕਰ ਲੈਣੇ। ਸਵੇਰੇ ਘਰੋਂ ਚੱਲ ਪੈਂਦਾ ਸੀ, ਬਾਹਰ ਆ ਜਾਂਦਾ ਸੀ। ਇੱਕ ਉਹਨੇ ਕੰਧ ਬਣਾ ਲਈ, ਕੰਧ ਵੱਲ ਮੂੰਹ ਕਰਕੇ ਬਹਿ ਜਾਂਦਾ। ਸਾਰਾ ਦਿਨ ਛਿਪਦਾ ਸੀ, ਵਾਪਸ ਘਰ ਚਲੇ ਜਾਂਦਾ ਸੀ। ਕਿਸੇ ਪੁੱਛਿਆ ਵੀ ਕਾਕਾ ਇਹ ਤੂੰ ਕੀ ਕਰਦਾ? ਕਹਿੰਦਾ ਮੈਂ ਅੱਲਾ ਦੇ ਦਰਸ਼ਨ ਕਰ ਲਏ ਨੇ, ਹੁਣ ਹੋਰ ਕਿਸੇ ਦੇ ਦਰਸ਼ਨ ਕਰਨ ਨੂੰ ਮੇਰਾ ਜੀਅ ਹੀ ਨਹੀਂ ਕਰਦਾ, ਮੈਂ ਇਸ ਲਈ ਕੰਧ ਵੱਲ ਨੂੰ ਮੂੰਹ ਕਰਕੇ ਬੈਠਾ ਰਹਿਣਾ। ਉਹ ਇੰਨਾ ਪ੍ਰਭਾਵਿਤ ਹੋਇਆ। ਸੋ ਇਸ ਲਈ ਇਹ ਜਿਹੜਾ ਹੈ ਇਹ ਕਾਲ ਤੇ ਸਭ ਦਾ ਆਉਣਾ ਹੁੰਦਾ ਹੈ। ਅੰਦਰੋਂ ਡਰ ਖਤਮ ਹੋ ਜਾਂਦਾ ਬੰਦੇ ਦਾ। ਇਹ ਗਿਆਨ ਹੈ। ਢਾਡੀ ਕਥੇ ਅਕਥ ਸ਼ਬਦ ਸਵਾਰਿਓ। ਪਰਮਾਤਮਾ ਦੇ ਨਾਮ ਨਾਲ
ਢਾਡੀ ਨੇ ਆਪਣੇ ਜੀਵਨ ਨੂੰ ਸਵਾਰ ਲਿਆ ਹੁੰਦਾ ਹੈ, ਫਿਰ ਢਾਡੀ ਪਰਮਾਤਮਾ ਦੇ ਬਾਰੇ ਕਥਨ ਕਰਦਾ, ਉਹਦੀ ਵਡਿਆਈ ਕਰਦਾ ਹੈ, ਪਰ ਉਹ ਅਕਥ ਹੈ, ਸਾਰੀ ਦੀ ਸਾਰੀ ਵਡਿਆਈ ਨਹੀਂ ਕਰ ਸਕਦਾ। ਨਾਨਕ ਗੁਣ ਗਹਿ ਰਾਸ, ਹਰ ਜੀਉ ਮਿਲੇ ਪਿਆਰੇ। ਜਿਨ੍ਹਾਂ ਕੋਲੇ ਗੁਣਾਂ ਦੀ ਰਾਸ ਪੂੰਜੀ ਹੁੰਦੀ ਹੈ, ਗਹਿ ਹੁੰਦਾ ਇਕੱਠਾ ਕਰਨ, ਜਿਹੜੇ ਪਰਮਾਤਮਾ ਦੇ ਗੁਣਾਂ ਦਾ ਧਾਨ, ਗੁਣਾਂ ਦੀ ਪੂੰਜੀ ਇਕੱਠੀ ਕਰਦੇ ਨਾ, ਹਰ ਜੀਉ ਮਿਲੇ ਪਿਆਰੇ, ਉਹਨਾਂ ਪਿਆਰਿਆਂ ਨੂੰ ਪਰਮਾਤਮਾ ਮਿਲ ਪੈਂਦਾ। ਸੋ ਜਿੱਥੇ ਅਸੀਂ ਸੰਸਾਰਕ ਧਨ ਇਕੱਠਾ ਕਰਨਾ, ਉੱਥੇ ਨਾਮ ਧਨ ਵੀ ਇਕੱਠਾ ਕਰਨਾ। ਇੱਕ ਧਨ ਨਾਲ ਗੁਜ਼ਾਰਾ ਨਹੀਂ ਹੁੰਦਾ। ਪੁਰਾਣੇ ਰਿਸ਼ੀਆਂ ਮੁਨੀਆਂ ਕੋਲੇ ਨਾਮ ਧਨ ਬਹੁਤ ਹੁੰਦਾ ਸੀ, ਪਰ ਉਹਨਾਂ ਦੀ ਬਦਕਿਸਮਤੀ ਸੀ, ਉਹਦਾ ਸਾਇੰਸ ਹੀ ਨਹੀਂ ਸੀ ਹੁੰਦੀ। ਸ਼ਾਹ ਜਹਾਨ ਕੋਲੇ ਬੜਾ ਧਨ ਸੀ, ਪਰ ਉਹ ਵਿਚਾਰੇ ਬੰਦੇ ਰੱਖੇ ਪੱਖਾ ਹਿਲਾਉਣ ਲਈ, ਵੀ ਚੱਲੀ ਜਾਓ ਜੀ ਪੱਖਾ। ਅੱਜ ਕੱਲ੍ਹ ਦਾ ਸਧਾਰਨ ਬੰਦਾ ਵੀ ਸ਼ਹਿਨਸ਼ਾਹ ਤੇ ਵਧੀਆ ਰਹਿ ਰਿਹਾ। ਸਾਇੰਸ ਨੇ, ਪਰ ਸਾਇੰਸ ਦਾ ਵੀ ਲਾਭ ਉਹ ਫਾਇਦਾ ਉਠਾ ਜਿਹਦੇ ਕੋਲ ਪੈਸਾ ਹੈ। ਸਾਇੰਸ ਨੇ ਏਸੀ ਕਰਤੇ, ਸਭ ਕੁਛ ਕਰਤੇ, ਪਰ ਜੇ ਕਿਸੇ ਕੋਲ ਪੈਸੇ ਹੀ ਨਹੀਂ ਤਾਂ ਸਾਇੰਸ ਉਹਦਾ ਕੁਝ ਨਹੀਂ ਸਵਾਰ ਸਕਦੀ। ਇਸ ਲਈ ਗੁਰੂ ਮਹਾਰਾਜ ਨੇ ਦੂਰ ਦੀ ਸੋਚ ਕੇ ਕਿਹਾ, ਕਿਰਤ ਕਰੋ। ਵੀ ਜੇ ਤੁਸੀਂ ਕਿਰਤ ਕਰੋਗੇ, ਕੋਈ ਕੰਮ ਕਰੋਗੇ, ਤੁਹਾਡੇ ਕੋਲ ਪੈਸਾ ਹੋਏਗਾ। ਪੈਸਾ ਹੋਏਗਾ, ਉਹਦੇ ਨਾਲ ਤੁਸੀਂ ਸਰੀਰਕ ਸਹੂਲਤਾਂ ਪ੍ਰਾਪਤ ਕਰ ਸਕੋਗੇ। ਸਰੀਰ ਤੁਹਾਡਾ ਸੁਖੀ ਹੋ ਜਾਏਗਾ ਪੈਸੇ ਨਾਲ, ਪਰ ਮਨ ਦੁਖੀ ਰਹੇਗਾ। ਇਸ ਲਈ ਤੁਸੀਂ ਨਾਮ ਵੀ ਜਪਣਾ ਹੈ। ਜੇ ਤੁਹਾਡੇ ਕੋਲ ਨਾਮ ਧਨ ਹੋਏਗਾ, ਤੁਹਾਡਾ ਮਨ ਸੁਖੀ ਹੋਏਗਾ, ਤੁਹਾਡੇ ਕੋਲ ਸੰਸਾਰਕ ਧਨ ਹੈ, ਤੁਹਾਡਾ ਸਰੀਰ ਸੁਖੀ ਹੋਏਗਾ। ਅਸਲ ਬੰਦਾ ਉਹੀ ਸੁਖੀ ਹੈ ਜਿਹੜਾ ਮਨ ਕਰਕੇ ਅਤੇ ਤਨ ਕਰਕੇ ਦੋਨਾਂ ਕਾਰਨ ਸੁਖੀ ਹੈ। ਜਿਹਦਾ ਸਰੀਰ ਵੀ ਸੁਖੀ ਹੈ ਅਤੇ ਜਿਹਦਾ ਮਨ ਸੁਖੀ ਹੈ, ਅਸਲ 'ਚ ਉਹੀ ਸੁਖੀ ਹੈ। ਬੜੀ ਜ਼ਬਰਦਸਤ ਗੁਰੂ ਨਾਨਕ ਦੇਵ ਦੀ ਫਿਲਾਸਫੀ ਹੈ। ਇਸ ਲਈ ਹਰ ਬੰਦੇ ਨੂੰ ਕਿਰਤ ਕਰਨੀ ਚਾਹੀਦੀ। ਉਹਦੇ ਕੋਲ ਪੈਸਾ ਹੋਵੇ, ਐਵੇਂ ਨਾ ਛੋਟੀ ਛੋਟੀ ਚੀਜ਼ਾਂ ਪਿੱਛੇ ਵਿਚਾਰਾ ਤਰਲੇ ਕੱਢਦਾ ਅਤੇ ਮਨ ਨੂੰ ਤਰਸਾਉਂਦਾ ਰਹੇ। ਇਸ ਲਈ ਅਸੀਂ ਸੰਸਾਰਕ ਧਨ ਵੀ ਇਕੱਠਾ ਕਰਨਾ, ਨਾਮ ਧਨ ਵੀ ਇਕੱਠਾ ਕਰਨਾ, ਤਾਂ ਜੋ ਅਸੀਂ ਸਰੀਰਕ ਤੌਰ 'ਤੇ ਅਤੇ ਮਾਨਸਿਕ ਤੌਰ 'ਤੇ ਸੁਖੀ ਹੋ ਸਕੀਏ, ਤਾਂ ਜੋ ਸਾਡਾ ਜੀਵਨ ਸਫਲਾ ਹੋ ਜਾਏ। ਸਤਿਕਾਰਯੋਗ ਸਾਧ ਸੰਗਤ ਸਮਾਂ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।